ਸਤਿ ਸ਼੍ਰੀ ਅਕਾਲ ਜੀ, ਮੈਂ ਮਾਨਾ ਧਾਲੀਵਾਲ ਤੇ ਤੁਸੀਂ ਦੇਖ ਰਹੇ ਹੋ ਕੈਂਟ ਪੰਜਾਬ। ਅੱਜ ਸਾਡੇ ਸ਼ੋਅ ਦੇ ਜੋ ਮਹਿਮਾਨ ਨੇ ਉਹ ਆਪਣੇ ਆਪ ਵਿੱਚ ਬਹੁਤ ਖਾਸ ਨੇ, ਕਿਉਂਕਿ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਹਰ ਰਾਹ 'ਤੇ ਜਾ ਕੇ ਇੱਕ ਨਵਾਂ ਮੋੜ ਦੇ ਦਿੱਤਾ। ਇੱਕ ਕਾਮਯਾਬ ਬਿਜ਼ਨਸਮੈਨ ਤੋਂ ਇੱਕ ਕਾਮਯਾਬ ਸੈਲੇਬ੍ਰਿਟੀ ਫੋਟੋਗ੍ਰਾਫਰ ਤੇ ਸੈਲੇਬ੍ਰਿਟੀ ਫੋਟੋਗ੍ਰਾਫਰ ਤੋਂ ਹੁਣ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਕਦਮ ਐਕਟਿੰਗ ਦੀ ਦੁਨੀਆ ਵੱਲ ਰੱਖ ਦਿੱਤੇ ਨੇ। ਸਵਾਗਤ ਕਰਦੇ ਹਾਂ ਪਰਮਜੀਤ ਚਾਵਲਾ ਜੀ ਦਾ। ਸਤਿ ਸ਼੍ਰੀ ਅਕਾਲ ਜੀ, ਸਾਰੇ ਸ਼ਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰ, ਤੁਹਾਡਾ ਸਾਡੇ ਸ਼ੋਅ ਤੇ ਬਹੁਤ-ਬਹੁਤ ਸਵਾਗਤ। ਕਿਵੇਂ ਹੋ ਸਰ? ਮੈਂ ਬਿਲਕੁਲ ਠੀਕ ਹਾਂ। ਸਿਹਤ ਕਿਵੇਂ ਨੇ? ਆਲ ਵੈਲ ਜੀ। ਅੱਜ ਆਪਾਂ ਗੱਲਬਾਤ ਕਰਦੇ ਤੁਹਾਡੀ ਜ਼ਿੰਦਗੀ ਬਾਰੇ ਕਿ ਤੁਸੀਂ ਆਪਣੀ ਜ਼ਿੰਦਗੀ ਨੂੰ ਹਰ ਰਾਹ 'ਤੇ ਜਾ ਕੇ ਇੱਕ ਨਵਾਂ ਮੋੜ ਦੇ ਦਿੱਤਾ। ਬਿਜ਼ਨਸਮੈਨ। ਹਾਂਜੀ, ਬਿਜ਼ਨਸਮੈਨ ਤੁਸੀਂ ਬਹੁਤ ਵਧੀਆ ਸੀ, ਕਾਮਯਾਬ ਸੀ ਤੁਸੀਂ ਬਿਜ਼ਨਸਮੈਨ ਤੋਂ। ਉੱਥੋਂ ਦੱਸੋ ਜਰਨੀ ਤੁਹਾਡੀ। ਅਮਨ ਜੀ, ਮੈਂ ਦਿੱਲੀ ਯੂਨੀਵਰਸਿਟੀ ਤੋਂ ਆਪਣੀ ਬੀਕਾਮ ਗ੍ਰੈਜੂਏਸ਼ਨ ਕੰਪਲੀਟ ਕੀਤੀ। ਉਸੇ ਗ੍ਰੈਜੂਏਸ਼ਨ ਦੇ ਦੌਰਾਨ ਮੈਂ ਬਹੁਤ ਸਾਰੀ ਚੀਜ਼ਾਂ ਸੋਚੀਆਂ ਸੀ ਕਿ ਮੈਂ ਲਾਈਫ ਵਿੱਚ ਕੀ ਕਰਾਂਗਾ, ਕੀ ਕਰਨਾ ਚਾਹਨਾ ਵਾਂ, ਲੇਕਿਨ ਹਮੇਸ਼ਾ ਇਹ ਨਹੀਂ ਹੁੰਦਾ ਕਿ ਜੋ ਤੁਸੀਂ ਚਾਹੋ ਉਹ ਹੋ ਵੀ ਜਾਏ। ਆਈ ਵਾਜ਼ ਵਿਲਿੰਗ ਟੂ ਬਿਕਮ ਦਾ ਪਾਇਲਟ, ਨਹੀਂ ਬਣ ਪਾਇਆ। ਆਈ ਵਾਜ਼ ਵਿਲਿੰਗ ਟੂ ਬਿਕਮ ਚਾਰਟਰਡ ਅਕਾਊਂਟੈਂਟ, ਉਹ ਮੈਂ ਆਪਣੀ ਮਰਜ਼ੀ ਨਾਲ ਛੱਡ ਦਿੱਤਾ। ਆਈ ਵਾਜ਼ ਨਾਟ ਕੰਫਰਟੇਬਲ। ਸੋ ਉਸ ਤੋਂ ਬਾਅਦ ਸਾਡਾ ਫੈਮਿਲੀ ਬਿਜ਼ਨਸ, ਟਰਾਂਸਪੋਰਟੇਸ਼ਨ, ਆਟੋਮੋਬਾਈਲ, ਪੇਰੈਂਟਸ, ਬ੍ਰਦਰ, ਅੰਕਲ ਸਭ ਹੁੰਦੇ ਸੀ ਤੇ ਮੈਂ ਵੀ ਉਹਦੇ 'ਚ ਮੂਵ ਕਰ ਗਿਆ। ਔਰ ਆਟੋਮੋਬਾਈਲ ਟਰਾਂਸਪੋਰਟੇਸ਼ਨ ਦੇ ਵਿੱਚ ਬਹੁਤ ਸੋਹਣਾ ਕੰਮ ਸੀਗਾ। 15 ਸਾਲ ਮੈਂ ਬਿਜ਼ਨਸ ਨੂੰ ਆਪਣੇ ਪੇਰੈਂਟਸ ਔਰ ਫੈਮਿਲੀ ਨਾਲ ਕੀਤਾ। ਸਕਸੈਸਫੁਲ ਬਿਜ਼ਨਸ ਸੀ, ਬਹੁਤ ਅੱਛਾ ਚੱਲ ਰਿਹਾ ਸੀਗਾ। ਕਈ ਵਾਰੀ ਕੀ ਹੁੰਦਾ, ਅਚਾਨਕ ਕੋਈ ਚੀਜ਼ ਇਸ ਤਰ੍ਹਾਂ ਦੀ ਦਿਮਾਗ ਵਿੱਚ ਆ ਜਾਂਦੀ ਔਰ ਉਹਦੇ ਪਿੱਛੇ ਰੀਜ਼ਨ ਵੀ ਹੁੰਦਾ ਕਿ ਤੁਸੀਂ ਚਾਹੁੰਦੇ ਹੋ ਕਿ ਯਾਰ ਨਹੀਂ, ਇਟ ਇਜ਼ ਨਾਟ ਮਾਈ ਕੱਪ ਆਫ ਟੀ, ਆਈ ਵਾਂਟ ਟੂ ਡੂ ਸਮਥਿੰਗ ਐਲਸ ਇਨ ਮਾਈ ਲਾਈਫ ਆਲਸੋ। ਤੇ ਮੈਨੂੰ ਲੱਗਦਾ ਸੀ ਮੈਂ ਆਪਣੇ ਜੋ ਵੀ ਕੈਲੀਬਰ ਹੈ ਉਹਨੂੰ ਸਿਰਫ ਇੱਥੇ ਬਿਜ਼ਨਸ ਤੱਕ ਹੀ ਸੀਮਿਤ ਨਹੀਂ ਰੱਖਾਂ। ਬਹੁਤ ਟਫ ਡਿਸੀਜਨ ਸੀ, ਫੈਮਿਲੀ ਲਈ ਤੇ ਬਹੁਤ ਜ਼ਿਆਦਾ ਟਫ ਸੀ ਔਰ ਮੇਰੀ ਵਾਈਫ ਲਈ ਬਹੁਤ ਟਫ ਸੀਗਾ। ਬਿਕੋਜ਼ ਉਸ ਟਾਈਮ ਜਦ ਇਹ ਡਿਸੀਜਨ ਲਿਆ, ਆਈ ਵਾਜ਼ ਫਾਦਰ ਆਫ 3 ਕਿਡਸ, 3 ਬੱਚੇ ਮੇਰੇ ਸਕੂਲ ਜਾਂਦੇ ਸੀਗੇ ਔਰ ਮੇਰੀ ਵਾਈਫ ਵਾਜ਼ ਸੇਇੰਗ ਕਿ ਅਗਰ ਤੁਸੀਂ ਕਮਾਲ ਹੈ ਕਰਕੇ, ਯੂ ਆਰ ਦ ਅਰਨਿੰਗ ਮੈਂਬਰ ਆਫ ਫੈਮਿਲੀ, ਯੂ ਆਰ ਸ਼ਿਫਟਿੰਗ ਯੋਰ ਵਰਕ ਲਾਈਕ ਦਿਸ, ਹਾਊ ਇਟ ਇਜ਼ ਪੋਸੀਬਲ। ਐਨੀਵੇ, ਆਪਾਂ ਉਹਨਾਂ ਸਾਰਾ ਚੀਜ਼ਾਂ ਤੋਂ ਬਾਹਰ ਆਏ, ਫੈਮਿਲੀ ਦੀ ਸਪੋਰਟ ਵੀ ਨਾਲ ਮਿਲੀ। ਦੈਨ ਇੱਕ ਰੀਜ਼ਨ ਬਣਿਆ ਸੀ ਜਿਹਦੇ ਕਰਕੇ ਮੈਂ ਓਵਰਨਾਈਟ ਹੀ ਇੱਕ ਡਿਸੀਜਨ ਲੈ ਲਿਆ ਕਿ ਮੈਂ ਹੁਣ ਬਿਜ਼ਨਸ ਨਹੀਂ ਕਰਾਂਗਾ ਔਰ ਮੈਂ ਕੁਝ ਕ੍ਰੀਏਟਿਵ ਫੀਲਡ ਵਿੱਚ ਜਾਵਾਂਗਾ। ਔਰ ਮੈਂ ਫੋਟੋਗ੍ਰਾਫੀ ਦੀ ਫੀਲਡ ਵਿੱਚ ਬਹੁਤ ਅਟਰੈਕਟ ਹੋ ਰਿਹਾ ਸੀ, ਗਲੈਮਰ, ਫੈਸ਼ਨ, ਇਹਨਾਂ ਚੀਜ਼ਾਂ ਤੋਂ ਵੈਰੀ ਫਰੈਂਕਲੀ। ਸੋ ਮੈਂ ਫਿਰ ਫੋਟੋਗ੍ਰਾਫੀ ਦੀ ਰਾਹ ਤੇ ਚੱਲਿਆ। ਸਰ, ਤੁਸੀਂ ਕਿਹਾ ਕਿ ਤੁਸੀਂ ਬਿਜ਼ਨਸ ਤੁਹਾਡਾ ਆਪਦਾ ਸੀ। ਹਾਂਜੀ, ਠੀਕ ਹੈ। ਇੱਕ ਬੌਸ ਦੀ ਜੌਬ ਤੋਂ ਜਦੋਂ ਤੁਸੀਂ ਗਏ, ਇਹ ਹੁਣ ਤੁਸੀਂ ਸਿੱਖਣ ਗਏ ਹੋਗੇ, ਕਿਸੇ ਕੋਲ ਕੋਰਸ ਕੀਤਾ ਹੋਊਗਾ। ਬਿਲਕੁਲ। ਇੱਕ ਬੌਸ ਤੋਂ ਕਿਸੇ ਅੰਡਰ ਕੰਮ ਕਰਨਾ, ਉਹ ਸਫ਼ਰ ਕਿੱਦਾਂ ਰਿਹਾ? ਜਰਨੀ ਥੋੜੀ ਜਿਹੀ ਟਫ ਰਹੀ ਮੇਰੇ ਲਈ ਸ਼ੁਰੂ ਦੇ ਦਿਨਾਂ 'ਚ। ਪਹਿਲੀ ਗੱਲ, ਮੈਂ ਕਾਲਜ ਜਦ ਛੱਡਿਆ ਔਰ ਜਦ ਦੁਬਾਰਾ, ਪਹਿਲੇ ਮੈਂ ਫੋਟੋਗ੍ਰਾਫੀ ਕਾਲਜ ਵਿੱਚ ਗਿਆ। ਆਈ ਡਿਡ ਦਾ ਕੋਰਸ ਇਨ ਦਿੱਲੀ, ਓਪੀ ਸ਼ਰਮਾ ਸਰ ਨਾਲ ਮੈਂ ਪੜ੍ਹਾਈ ਕੀਤੀ। ਉੱਥੇ 1 ਸਾਲ ਦਾ ਕੋਰਸ ਕੀਤਾ। ਉਹਨਾਂ ਦਿਨਾਂ 'ਚ ਬਾਈ ਚਾਂਸ ਮੇਰਾ ਬਿਜ਼ਨਸ ਵੀ ਪੀਕ ਤੇ ਸੀਗਾ, ਮੈਨੂੰ ਬਿਜ਼ਨਸ ਨੂੰ ਵੀ ਟਾਈਮ ਬਹੁਤ ਦੇਣਾ ਪੈਂਦਾ ਸੀ, ਬਟ ਮੈਂ ਸਮਹਾਉ ਮੈਨੇਜ ਕਰਕੇ ਆਪਣੇ ਕੋਲੀਗਸ ਨੂੰ ਰਿਕੁਐਸਟ ਕਰਕੇ ਕਲਾਸਿਸ ਤੋਂ ਬਾਅਦ ਵੀ ਰਾਤੀ ਪਹੁੰਚ ਕੇ ਉਹਨਾਂ ਕੋਲ ਕੁਝ ਚੀਜ਼ਾਂ ਸਮਝ ਲੈਂਦਾ ਸੀ। ਉਹ ਬਹੁਤ ਅੱਛਾ ਚੱਲ ਗਿਆ ਮੇਰਾ। ਐਂਡ ਆਫਟਰ ਦੈਟ ਉਸੇ ਦੌਰਾਨ ਮੈਨੂੰ ਪਤਾ ਚੱਲਿਆ ਕਿ ਖਾਲੀ ਕੋਰਸ ਕਰਕੇ ਹੀ ਨਹੀਂ ਗੱਲ ਬਣੇਗੀ। ਯੂ ਹੈਵ ਟੂ ਲਰਨ, ਤੋ ਯੂ ਹੈਵ ਟੂ ਅੰਡਰਸਟੈਂਡ ਦਾ ਬਿਜ਼ਨਸ ਆਫ, ਐਂਡ ਯੂ ਹੈਵ ਟੂ ਅੰਡਰਸਟੈਂਡ ਦਾ ਵੇ ਹਾਊ ਐਡਵਰਟਾਈਜ਼ਿੰਗ ਫੀਲਡ ਵਿੱਚ ਕਿੱਦਾਂ ਫੋਟੋਗ੍ਰਾਫੀ ਹੁੰਦੀ, ਕੀ ਹੁੰਦਾ, ਕਿਵੇਂ ਲੋਕਾਂ ਨਾਲ ਕੰਮ ਕਰਨਾ ਹੁੰਦਾ। ਦੈਨ ਮੈਨੂੰ ਇਹ ਗੱਲ ਸਮਝ ਆ ਗਈ ਸੀ ਕਿ ਮੈਨੂੰ ਕਿਸੇ ਬਹੁਤ ਵੱਡੇ ਅੱਛੇ ਰਿਨਾਊਂਡ ਔਰ ਪ੍ਰੋਫੈਸ਼ਨਲ ਫੋਟੋਗ੍ਰਾਫਰ ਨਾਲ ਕੰਮ ਕਰਨਾ ਪਏਗਾ। ਸੋ ਫਿਰ ਮੈਂ ਜਦ ਕੋਸ਼ਿਸ਼ ਕੀਤੀ ਤਾਂ ਉਹ ਕੋਸ਼ਿਸ਼ ਮੇਰੀ ਜਲਦੀ ਕਾਮਯਾਬ ਨਹੀਂ ਹੋ ਰਹੀ ਸੀਗੀ, ਕਿਉਂਕਿ ਕੋਈ ਵੀ ਫੋਟੋਗ੍ਰਾਫਰ ਕਿਸੇ ਸਟੂਡੈਂਟ ਨੂੰ, ਕਿਸੇ ਯੰਗ ਬੱਚੇ ਨੂੰ ਲੈਣ ਲਈ ਬਹੁਤ ਜਲਦੀ ਤਿਆਰ ਹੋ ਜਾਏਗਾ ਔਰ ਜਿੰਦਾ ਬੈਕਗਰਾਊਂਡ ਵੀ ਹੋਏ। ਕੁਛ ਮੇਰਾ ਬੈਕਗਰਾਊਂਡ ਵੀ ਨਹੀਂ ਸੀ, ਬਿਸਾਈਡਸ ਕਿ ਮੈਂ ਕੋਰਸ ਕਰ ਚੁੱਕਾ ਸੀ, ਉਹ ਸੀਗਾ ਮੇਰਾ ਬੈਕਗਰਾਊਂਡ। ਬਟ ਇੱਕ ਏਜ ਡਿਫਰੈਂਸ ਆ ਜਾਂਦਾ। ਕਈ ਫੋਟੋਗ੍ਰਾਫਰਸ ਮੈਂ ਇਹਨਾਂ ਨੂੰ ਮਿਲ ਰਿਹਾ ਸੀ ਜਿਹੜੇ ਉਮਰ ਵਿੱਚ ਮੇਰੇ ਬਰਾਬਰ ਸਨ ਜਾਂ ਮੇਰੇ ਤੋਂ 2 ਸਾਲ ਛੋਟੇ ਵੀ ਸਨ। ਸੋ ਉਹ ਥੋੜੀ ਦਿੱਕਤ ਹੋਈ। ਫਿਰ ਮੈਨੂੰ ਮੇਰੇ ਇੱਕ ਦੋਸਤ ਨੇ, ਮਾਡਲ, ਉਹਨਾਂ ਨੇ ਮੈਨੂੰ ਇੱਕ ਨਾਮ ਦਿੱਤਾ ਕਿ ਇੰਡੀਆ ਦੇ ਬੈਸਟ ਫੋਟੋਗ੍ਰਾਫਰ ਦਿੱਲੀ 'ਚ ਹੀ ਨੇ, ਮਿਸਟਰ ਤਰੁਣ ਖਿਵਾਲ। ਮੈਂ ਉਹਨਾਂ ਨੂੰ ਅਪਰੋਚ ਕੀਤਾ, ਉਹਨਾਂ ਨੇ ਵੀ ਹਿਚਕਿਚਾਹਟ ਕਾਫੀ ਦਿਖਾਈ, ਲੇਕਿਨ ਮੈਂ ਇੱਕ ਡੈਡੀਕੇਸ਼ਨ ਕਰ ਲਈ ਸੀ ਆਪਣੇ
ਔਰ ਇੱਕ ਸਮਝ ਲਓ ਕਿ ਡਿਸੀਜਨ ਲੈ ਲਿਆ ਸੀ ਕਿ ਕੰਮ ਕਰਨਾ ਤੇ ਇਹਨਾਂ ਨਾਲ ਕਰਨਾ। ਫਿਰ ਬਸ ਮੈਂ ਉਹਨਾਂ ਨੂੰ ਕਿਸੇ ਤਰ੍ਹਾਂ ਰਿਕੁਐਸਟ ਕੀਤੀ ਔਰ ਵਾਹਿਗੁਰੂ ਨੇ ਮੇਰੀ ਸੁਣ ਲਈ ਤੇ ਫਿਰ ਉਹਨਾਂ ਨਾਲ ਮੈਂ ਕੰਮ ਕੀਤਾ, ਉਹਨਾਂ ਨੂੰ ਅਸਿਸਟ ਕੀਤਾ। ਉਸੇ ਦੌਰਾਨ ਉਸ ਚੀਜ਼ ਨੂੰ ਸਮਝਣ ਦਾ ਮੌਕਾ ਮਿਲਿਆ ਕਿ ਐਕਚੁਅਲੀ ਫੋਟੋਗ੍ਰਾਫੀ ਇਜ਼ ਵਾਟ ਇਜ਼ ਫੋਟੋਗ੍ਰਾਫੀ, ਐਡਵਰਟਾਈਜ਼ਿੰਗ, ਫੈਸ਼ਨ ਫੋਟੋਗ੍ਰਾਫੀ ਹੁੰਦੀ ਕੀ ਹੈ, ਉਹ ਸਭ ਮੈਂ ਉੱਥੇ ਹੀ ਸਿੱਖਿਆ। ਅੱਛਾ ਸਰ, ਮੈਂ ਜਦੋਂ ਤੁਹਾਡੀ ਪ੍ਰੋਫਾਈਲ ਦੇਖ ਰਿਹਾ ਸੀ ਤੇ ਲਗਾਨ ਫਿਲਮ ਉਸ ਦਾ ਹਿੱਸਾ ਤੁਸੀਂ ਕਿਵੇਂ ਬਣੇ? ਹਾਂ ਅਮਨ ਜੀ, ਉਹ ਵੀ ਇੱਕ ਬੜੀ ਇੰਟਰਸਟਿੰਗ ਸਟੋਰੀ। ਮੈਨੂੰ ਐਕਚੁਅਲੀ ਜਦ ਮੈਂ ਫੋਟੋਗ੍ਰਾਫੀ ਕੋਰਸ ਕੀਤਾ, ਫਿਰ ਅਸਿਸਟ ਕੀਤਾ ਮਿਸਟਰ ਤਰਨ ਖਿਵਾਲ ਨੂੰ, ਉਹਨੂੰ ਕਰਦੇ ਅਬਾਊਟ 3-4 ਸਾਲ ਹੋ ਗਏ ਸਨ। ਅਜੇ ਵੀ ਮੈਨੂੰ ਕੋਈ ਕੰਮ ਦੀ ਨਾ ਉਮੀਦ ਘੱਟ ਨਜ਼ਰ ਆਈ। ਮੈਨੂੰ ਕੋਈ ਅਪਰੋਚ ਮੈਂ ਕਰ ਵੀ ਰਿਹਾ ਸੀ, ਲੋਕ ਮੈਨੂੰ ਅਸੈਪਟ ਨਹੀਂ ਕਰ ਰਹੇ ਸੀ ਐਜ਼ ਅ ਫੋਟੋਗ੍ਰਾਫਰ। ਇਨ ਦਾ ਮੀਨ ਟਾਈਮ ਮੇਰੇ ਇੱਕ ਬੜੇ ਕਲੋਜ਼ ਫਰੈਂਡ ਨੇ ਹਰਦੀਪ, ਉਹ ਲਗਾਨ ਦਾ ਸ਼ੂਟ ਕਰ ਰਹੇ, ਹੀ ਵਾਸ ਦ ਡਾਇਰੈਕਟਰ ਆਫ ਫੋਟੋਗ੍ਰਾਫੀ ਇਨ ਮੂਵੀ ਲਗਾਨ। ਤੇ ਉਹਨਾਂ ਦਾ ਇੱਕ ਦਿਨ ਕਾਲ ਆਇਆ ਕਿ ਪਰਮਜੀਤ ਵਾਟ ਆਰ ਯੂ ਡੂਇੰਗ? ਮੈਂ ਕਿਹਾ ਯਾਰ ਕੋਈ ਕੰਮ ਆ ਨਹੀਂ ਰਿਹਾ, ਆਈ ਐਮ ਅਲੋਨ, ਆਈ ਐਮ ਸਿਟਿੰਗ ਆਈਡਲ। ਕਹਿੰਦੇ ਅੱਛਾ ਯੂ ਵਾਂਟ ਟੂ ਕਮ ਟੂ, ਮੈਂ ਉਹਨਾਂ ਨੇ ਦੱਸਿਆ ਕਿ ਉਹ ਮੂਵੀ ਲਗਾਨ ਦੀ ਪੂਰਾ ਪੋਸਟਰ ਸ਼ੂਟ ਕਰ ਰਹੇ ਨੇ, ਸੋ ਹੀ ਆਫਰਡ ਮੀ ਟੂ ਕਮ ਐਜ਼ ਅਸਿਸਟੈਂਟ। ਮੈਂ ਇਮੀਡੀਏਟਲੀ ਬਿਨਾਂ ਕੋਈ ਸੋਚੇ ਉਹਨਾਂ ਨੂੰ ਹਾਂ ਕਰ ਦਿੱਤੀ। ਫਿਰ ਮੈਂ ਇੱਥੋਂ ਦੀ ਪਹੁੰਚਿਆ ਲਗਾਨ ਦੇ ਸੈੱਟ ਤੇ, ਉੱਥੇ ਕਾਫੀ ਟਾਈਮ ਬਿਤਾਇਆ। ਉੱਥੇ ਸਿੱਖਣ ਦਾ ਇੱਕ ਨਵਾਂ ਹੀ ਤਜਰਬਾ ਮਿਲਿਆ, ਬਹੁਤ ਕੁਝ ਸਿੱਖਣ ਨੂੰ ਮਿਲਿਆ ਆਮਿਰ ਖਾਨ ਔਰ ਉਹਨਾਂ ਦੀ ਟੀਮ ਨਾਲ, ਔਰ ਬਹੁਤ ਟਫ ਵੀ ਸੀ ਔਰ ਬਹੁਤ ਇੰਜੋਏ ਵੀ ਕੀਤਾ। ਉਹ ਲਰਨਿੰਗ ਪੀਰੀਅਡ ਬਹੁਤ ਅੱਛਾ ਸੀਗਾ, ਉਹਨੇ ਮੈਨੂੰ ਬਹੁਤ ਕੁਝ ਸਿਖਾਇਆ। ਅੱਛਾ, ਆਮਿਰ ਖਾਨ ਜੀ ਦੀ ਉਹ ਬਲੌਕਬਸਟਰ ਫਿਲਮਾਂ ਲਗਾਨ, ਉਹਦੇ ਸੈੱਟ ਤੇ ਮਾਹੌਲ ਕਿਦਾਂ ਦਾ ਰਹਿੰਦਾ ਸੀ ਤੇ ਤੁਸੀਂ ਕਿਦਾਂ ਦਾ ਫੀਲ ਕਰਦੇ ਸੀ? ਐਕਸਾਈਟਮੈਂਟ, ਨਰਵਸ, ਕੀ ਚੱਲਦਾ ਸੀ? ਸਭ ਤਰ੍ਹਾਂ ਦੇ ਮਿਕਸਚਰਸ ਸੀਗੇ। ਇਟ ਵਾਸ ਲਾਈਕ ਅ ਸਕੂਲ ਔਰ ਕਾਲਜ। ਹਰ ਚੀਜ਼ ਦਾ ਇੱਕ ਟਾਈਮ ਹੁੰਦਾ ਸੀਗਾ। ਟਾਈਮ ਮੀਨ ਟਾਈਮ, ਜਿਵੇਂ ਸਕੂਲ ਵਿੱਚ ਪੀਰੀਅਡ ਹੁੰਦਾ ਹੈ ਕਿ 7:05 ਤੇ ਕਲਾਸ ਸ਼ੁਰੂ ਨਹੀਂ, ਐਦਾਂ ਹੀ ਉੱਥੇ ਵੀ ਸੀਗਾ। ਐਵਰੀਥਿੰਗ ਵਾਸ ਵੈਰੀ ਸਿਸਟਮੈਟਿਕ। ਔਰ ਆਸ਼ੂਤੋਸ਼ ਗਵਾਰੀਕਰ ਦੀ ਡਾਇਰੈਕਸ਼ਨ ਸੀਗੀ, ਆਮਿਰ ਖਾਨ ਦੀ ਪੂਰੀ, ਔਰ ਉਹਨਾਂ ਦੀ ਵਾਈਫ ਰੀਨਾ ਦੱਤ ਉਹ ਸੰਭਾਲ ਰਹੇ ਸਨ। ਤਾਂ ਇਟ ਵਾਸ ਅ ਗ੍ਰੇਟ ਐਕਸਪੀਰੀਅੰਸ। ਔਰ ਜਿਹੜਾ ਐਟਮੋਸਫੇਅਰ ਤੁਸੀਂ ਕਿਹਾ, ਇਟ ਵਾਸ ਟੋਟਲੀ ਡੈਡੀਕੇਟਿਡ ਟੂ ਦ ਵਰਕ। ਕੋਈ ਮਸਤੀ ਵਗੈਰਾ ਨਹੀਂ ਹੁੰਦੀ ਸੀ ਸੈੱਟ ਤੇ। ਕੰਮ ਦਾ ਮਤਲਬ ਕੰਮ, ਮਸਤੀ ਵੇਲੇ ਮਸਤੀ ਜੋ ਮਰਜ਼ੀ ਕਰੋ, ਬਟ ਕੰਮ ਦੇ ਵਿੱਚ ਕੋਈ ਕੋਤਾਹੀ ਨਹੀਂ। ਬਹੁਤ ਹੀ ਪੰਕਚੁਅਲ, ਪ੍ਰੀਸਾਈਜ਼ ਔਰ ਵੈਰੀ ਪ੍ਰੋਫੈਸ਼ਨਲ ਤਰੀਕੇ ਨਾਲ ਕੰਮ ਹੁੰਦਾ ਸੀ। ਸਰ 15 ਸਾਲ ਤੁਸੀਂ ਬਿਜ਼ਨਸ ਕੀਤਾ ਤੇ ਤੁਹਾਡਾ ਬਿਜ਼ਨਸ ਪੂਰਾ ਪੀਕ ਤੇ ਸੀ। ਹਾਂਜੀ। ਤੁਸੀਂ ਛੱਡਤਾ। ਹਾਂਜੀ। ਫਿਰ ਤੁਸੀਂ ਸਿੱਧਾ ਆ ਗਏ ਫੋਟੋਗ੍ਰਾਫੀ ਵਿੱਚ। ਹਾਂਜੀ। ਤੇ ਹੁਣ ਫੋਟੋਗ੍ਰਾਫੀ ਚੋਂ ਅਗਲਾ ਮੋੜ ਤੁਹਾਡਾ ਆ ਗਿਆ ਐਕਟਿੰਗ ਲਾਈਨ ਵੱਲ। ਯੈਸ। ਐਕਟਿੰਗ ਬਾਰੇ ਫਿਰ ਕਿਵੇਂ ਸੋਚਿਆ ਕਿ ਹੁਣ ਇਸ ਲਾਈਨ 'ਚ ਜਾਣਾ ਚਾਹੀਦਾ? ਅਮਨ ਜੀ, ਮੈਨੂੰ ਲੱਗਦਾ ਮੈਨੂੰ ਹੁਣ ਅਬਾਊਟ ਇਟ ਇਜ਼ ਆਲਮੋਸਟ 30 ਈਅਰ ਨਾਓ ਇਨ ਦਿਸ ਇੰਡਸਟਰੀ ਫੋਟੋਗ੍ਰਾਫੀ ਦੀ। ਔਰ ਇਸ 30 ਸਾਲ ਦੀ ਜਰਨੀ 'ਚ ਬਹੁਤ ਸਾਰੇ ਆਈ ਐਮ ਸੋ ਹੈਪੀਲੀ ਸੇਇੰਗ, ਔਰ ਮੈਂ ਪ੍ਰਾਊਡ ਨਾਲ ਵੀ ਕਹਿ ਸਕਦਾ ਕਿ ਬਹੁਤ ਸਾਰੇ ਐਸਪਾਇਰਿੰਗ ਮਾਡਲਸ ਨੇ ਮੇਰੇ ਨਾਲ ਕੰਮ ਕੀਤਾ, ਜਿਹੜੇ ਅੱਜ ਬਾਲੀਵੁੱਡ ਔਰ ਟੀਵੀ ਇੰਡਸਟਰੀ ਦੇ ਵਿੱਚ ਸਟਾਰ ਨੇ, ਬਹੁਤ ਅੱਛੇ ਮੁਕਾਮ ਤੇ ਪਹੁੰਚੇ ਲੋਕ, ਮਿਸ ਇੰਡੀਆ, ਮਿਸ ਯੂਨੀਵਰਸ ਤੱਕ ਪਹੁੰਚੇ। ਉਹਨਾਂ ਸਭ ਲੋਕਾਂ ਨੂੰ ਮੈਂ ਟਾਈਮ ਟੂ ਟਾਈਮ ਸ਼ੂਟ ਦੇ ਨਾਲ ਸਪੋਰਟ ਕੀਤਾ, ਉਹਨਾਂ ਦੀ ਗਾਈਡੈਂਸ ਵੀ ਉਹਨਾਂ ਨੂੰ ਦਿੱਤੀ। ਇਹ ਸਭ ਕਰਦੇ ਕਰਦੇ ਮੈਂ ਅਚਾਨਕ ਇੱਕ ਦਿਨ ਮੇਰਾ ਮਨ ਕੀਤਾ ਕਿ ਯਾਰ ਮੈਂ ਵੀ ਇੱਕ ਵਾਰੀ ਕੈਮਰੇ ਦੇ ਸਾਹਮਣੇ ਆ ਕੇ ਦੇਖਾਂ। ਸੋ ਦੈਨ ਆਈ ਟੁਕ ਅ ਡਿਸੀਜਨ ਕਿ ਨਹੀਂ, ਇਹ ਵੀ ਇੱਕ ਵਾਰੀ ਕਰਕੇ ਦੇਖਣਾ। ਔਰ ਦੂਸਰੀ ਮੇਰੀ ਇੱਕ ਸੋਚ ਹੋਰ ਵੀ ਹੈ, ਜਿਵੇਂ ਤੁਸੀਂ ਕਿਹਾ ਬਿਜ਼ਨਸ ਤੋਂ ਬਾਅਦ ਫੋਟੋਗ੍ਰਾਫੀ ਤੋਂ ਬਾਅਦ ਅਗਰ ਮੈਂ ਸਾਰੀ ਚੀਜ਼ਾਂ ਹੀ ਕਰਨਾ ਚਾਹਨਾ ਔਰ ਅਗਰ ਮੈਂ ਰੱਬ ਨੂੰ ਕਹਾਂ ਕਿ ਮੈਨੂੰ 3 ਜਨਮ ਦੇ ਦਿਓ ਤਾਂ ਸ਼ਾਇਦ ਨਹੀਂ ਦੇਗਾ। ਜੋ ਕੁਝ ਕਰਨਾ ਇਸੇ ਜਨਮ ਵਿੱਚ ਕਰਨਾ ਹੈ। ਹੋ ਸਕਦਾ ਹੁਣ ਫੋਟੋਗ੍ਰਾਫੀ ਤੋਂ ਬਾਅਦ ਹੁਣ ਐਕਟਿੰਗ ਵਿੱਚ ਆ ਗਿਆ। ਟੱਚਵੁੱਡ ਮੇਰੀ ਅਗੇਨ ਇਟ ਵਾਸ ਅ ਚਾਂਸ ਕਿ ਮੇਰੀ ਫੋਟੋਗ੍ਰਾਫੀ ਦੀ ਜਿਹੜੀ ਬਾਲੀਵੁੱਡ ਮੂਵੀ ਸੀ ਉਹ ਵੀ ਲਗਾਨ ਸੀ ਆਮਿਰ ਖਾਨ ਪ੍ਰੋਡਕਸ਼ਨਸ ਨਾਲ। ਔਰ ਐਜ਼ ਅ ਐਕਟਰ ਅਗਰ ਮੈਨੂੰ ਬਾਲੀਵੁੱਡ ਵਿੱਚ ਪਹਿਲਾ ਕੰਮ ਮੇਰੀ ਡੈਬਿਊ ਹੈ, ਉਹ ਵੀ ਆਮਿਰ ਖਾਨ ਪ੍ਰੋਡਕਸ਼ਨ ਦੀ ਲਾਲ ਸਿੰਘ ਚੱਡਾ ਰਹੀ ਹੈ। ਸੋ ਆਈ ਐਮ ਵੈਰੀ ਹੈਪੀ। ਮੈਂ ਚਾਹੁੰਦਾ ਇਸ ਜਨਮ ਵਿੱਚ ਜੋ ਕਰ ਰਹੇ ਨੇ ਕੰਮ ਸਾਰੇ ਕਰ ਡਲੀਏ। ਹੋ ਸਕਦਾ ਐਕਟਿੰਗ ਤੋਂ ਬਾਅਦ ਅਜੇ ਹੋਰ ਵੀ ਕੁਝ ਚੀਜ਼ਾਂ ਆਣ। ਅੱਛਾ, ਤੇ ਅਗਲਾ ਪੜਾ ਹੋਰ ਲੈ ਸਕਦੇ। ਜ਼ਿੰਦਗੀ ਮਿਲੇਗੀ ਤੇ ਅਜੇ ਹੋਰ ਕੁਝ ਵੀ ਕਰਾਂਗੇ। ਨਹੀਂ, ਕਈ ਵਾਰ ਨਾ ਇੱਕ ਗੋਵਿੰਦਾ ਜੀ ਦੀ ਬਹੁਤ ਵਧੀਆ ਫਿਲਮ ਸੀ ਸਵਰਗ। ਹਾਂਜੀ। ਉਹ ਬੰਬੇ ਜਾਂਦੇ ਆ ਤੇ ਉਹ ਸਪੌਟ ਬॉय ਬਣੇ ਹੁੰਦੇ ਆ ਹਨਾ। ਹਾਂਜੀ। ਉੱਥੇ ਇੱਕ ਐਕਟਰ ਤੋਂ ਨਾ ਡਾਇਲੋਗ ਨਹੀਂ ਬੋਲੇ ਜਾ ਰਹੇ ਹੁੰਦੇ ਤੇ ਗੋਵਿੰਦਾ ਡਾਇਲੋਗ ਹੱਸ ਪੈਂਦਾ ਤੇ ਉਹ ਡਾਇਰੈਕਟਰ ਕਹਿੰਦਾ ਕਿ ਤੂੰ ਬੋਲ ਕੇ ਦਾ, ਤੇ ਗੋਵਿੰਦਾ ਡਾਇਲੋਗ ਬੋਲਦਾ ਤੂੰ ਬਹੁਤ ਵਧੀਆ ਬੋਲਦਾ, ਤੇ ਉਹਨੂੰ
ਸਿੱਧਾ ਹੀਰੋ ਦਾ ਆਫਰ ਹੁੰਦਾ। ਹਾਂਜੀ। ਤੁਹਾਡੇ ਨਾਲ ਤਾਂ ਨਹੀਂ ਹੋਇਆ ਕਿ ਤੁਸੀਂ ਖੜੇ ਹੋ ਫੋਟੋਗ੍ਰਾਫੀ ਕਰ ਰਹੇ ਹੋ, ਕਿਸੇ ਹੀਰੋ ਤੋਂ ਡਾਇਲੋਗ ਨਹੀਂ ਬੋਲੇ ਜਾ ਰਹੇ ਹੋ? ਏਦਾਂ ਦਾ ਮੌਕਾ ਕਦੀ ਨਹੀਂ ਬਣਿਆ। ਅੱਛਾ ਚਲੋ ਹੁਣ ਗੱਲ ਕਰਦੇ ਹਾਂ, ਇੱਕ ਬੰਦੇ ਦੀ ਜ਼ਿੰਦਗੀ 'ਚ ਸਕੂਨ ਕਿੰਨਾ ਕੁ ਜ਼ਰੂਰੀ ਹੈ? ਜਿਵੇਂ ਹੁਣ ਤੁਹਾਡੀ ਲਾਈਫ ਇੰਨੀ ਬਿਜ਼ੀ ਆ ਤੇ ਸਕੂਨ ਕਿੰਨਾ ਕੁ ਜ਼ਰੂਰੀ ਹੈ? ਸਕੂਨ ਹੈ ਤੇ ਜ਼ਿੰਦਗੀ ਸਭ ਕੁਝ ਹੈ, ਅਗਰ ਸਕੂਨ ਨਹੀਂ ਹੈ ਤੇ ਕੁਝ ਵੀ ਨਹੀਂ ਹੈ। ਜੋ ਵੀ ਤੁਸੀਂ ਜ਼ਿੰਦਗੀ 'ਚ ਪਾਣਾ ਚਾਹੁੰਦੇ ਹੋ ਔਰ ਪਾ ਲੈਂਦੇ ਹੋ, ਉਹਦਾ ਇੰਜੋਏ ਤੁਸੀਂ ਤਾਂ ਹੀ ਕਰ ਸਕਦੇ ਹੋ ਇਫ देयर इज अ ਪੀਸ ਐਂਡ ਕਾਮਨੈਸ ਇਨਸਾਈਡ ਯੂ। ਅਗਰ ਦਿਮਾਗ ਵਿੱਚ ਸ਼ਾਂਤੀ ਔਰ ਪੀਸ ਨਹੀਂ ਹੈ ਔਰ ਤੁਸੀਂ ਕ੍ਰੀਏਟਿਵ ਕੰਮ ਕੋਈ ਵੀ ਨਹੀਂ ਕਰ ਸਕਦੇ, ਚਾਹੇ ਉਹ ਫੋਟੋਗ੍ਰਾਫੀ ਹੋਏ, ਚਾਹੇ ਉਹ ਐਕਟਿੰਗ ਹੋਏ, ਚਾਹੇ ਉਹ ਮਾਡਲਿੰਗ ਹੋਏ। ਯੂ ਹੈਵ ਟੂ ਬੀ ਕੀਪ ਪੀਸ ਇਨ ਮਾਈਂਡ। ਅੱਛਾ, ਜਦੋਂ ਹੁਣ ਤੁਸੀਂ ਜ਼ਿਕਰ ਕੀਤਾ ਲਾਲ ਸਿੰਘ ਚੱਡਾ ਦਾ, ਤੇ ਜਦੋਂ ਫਿਰ ਫੈਮਿਲੀ ਨੇ ਤੁਹਾਨੂੰ ਸਕਰੀਨ ਤੇ ਦੇਖਿਆ ਤੇ ਉਦੋਂ ਫਿਰ ਤੁਹਾਡੀ ਵਾਈਫ ਤੇ ਤੁਹਾਡੇ ਬੱਚਿਆਂ ਦਾ ਕੀ ਰਿਐਕਸ਼ਨ ਸੀ? ਇਟ ਵਾਜ਼ ਅ ਵੈਰੀ ਗ੍ਰੇਟ ਐਂਡ ਪ੍ਰਾਊਡ ਮੂਮੈਂਟ ਫॉर ਮਾਈ ਫੈਮਿਲੀ। ਆਈ ਵਿਸ਼ ਮੇਰੇ ਮਦਰ ਵੀ ਉਹ ਦੇਖ ਪਾਉਂਦੇ, ਲੇਕਿਨ ਮੇਰੇ ਮਦਰ ਫਾਦਰ ਉਸ ਤੋਂ ਪਹਿਲੇ ਜਾ ਚੁੱਕੇ ਸੀ ਇਸ ਦੁਨੀਆ ਤੋਂ, ਬਟ ਉਹਨਾਂ ਦੀ ਬਲੇਸਿੰਗਸ ਹੈਗੀਆਂ ਤਾਂ ਹੀ ਇਹ ਸਭ ਪੋਸੀਬਲ ਹੋਇਆ। ਸੋ ਜਦ ਸਕਰੀਨ ਤੇ ਪਹਿਲੇ ਦਿਨ ਫਸਟ ਡੇ ਫਸਟ ਸ਼ੋ ਅਸੀਂ ਦੇਖਣ ਗਏ ਸੀ ਵਿਦ ਫੈਮਿਲੀ, ਤਾਂ ਇਟ ਵਾਜ਼ ਅ ਗ੍ਰੇਟ ਮੂਮੈਂਟ ਐਂਡ ਪ੍ਰਾਊਡ ਮੂਮੈਂਟ ਫॉर ਐਵਰੀਬਾਡੀ ਇਨ ਦ ਫੈਮਿਲੀ, ਨੋ ਡਾਊਟ। ਕੀ ਬਾਤ ਹੈ। ਮੇਰੇ ਖੁਦ ਲਈ ਉਸ ਤੋਂ ਜ਼ਿਆਦਾ ਖੁਸ਼ੀ ਦਾ ਮੈਂ ਸਮਝਦਾ ਕੋਈ ਦੂਸਰਾ ਪਲ ਨਹੀਂ ਸੀਗਾ। ਜਿੱਥੋਂ ਤੱਕ ਮੈਂ ਦੇਖਿਆ ਕਿ ਤੁਸੀਂ ਆਪਦੀ ਜ਼ਿੰਦਗੀ 'ਚ ਜਿਹੜੇ ਡਿਸੀਜਨ ਲੈਤੇ ਆ, ਬਿਜ਼ਨਸਮੈਨ ਤੋਂ ਤੁਸੀਂ ਫੋਟੋਗ੍ਰਾਫਰ ਆਏ ਤੇ ਫੋਟੋਗ੍ਰਾਫਰ ਐਜ਼ ਐਕਟਰ ਆ ਗਏ, ਤੇ ਤੁਹਾਨੂੰ ਲੱਗਦਾ ਕਿ ਮੈਂ ਜਿੰਨੇ ਫੈਸਲੇ ਲੈਤੇ ਸਹੀ ਲੈਤੇ? ਜ਼ਰੂਰੀ ਨਹੀਂ ਹੈ ਕਿ ਅਗਰ ਮੈਂ ਉਹ ਫੈਸਲੇ ਨਹੀਂ ਲੈਂਦਾ ਤਾਂ ਸ਼ਾਇਦ ਹੋਰ ਬੈਟਰ ਹੁੰਦਾ, ਲੇਕਿਨ ਮੈਂ ਜੋ ਸੈਟੀਸਫੈਕਸ਼ਨ ਫੀਲ ਕਰ ਰਿਹਾ ਉਹ ਤੇ ਕਿਸੇ ਹਾਲਤ ਵਿੱਚ ਨਹੀਂ ਆ ਸਕਦੀ ਸੀ। ਨੋ ਡਾਊਟ ਆਈ ਵਾਜ਼ अर्निंग very good money in my business। ਇੰਨਾ ਪੈਸਾ ਮੈਂ ਫੋਟੋਗ੍ਰਾਫੀ 'ਚ ਕਦੀ ਨਹੀਂ ਕਮਾਇਆ ਜਿੰਨਾ ਮੈਂ ਬਿਜ਼ਨਸ 'ਚ ਕਮਾਉਂਦਾ ਸੀਗਾ, ਲੇਕਿਨ ਉਹ ਹੈ ਕਿ ਸਕੂਨ, ਸੈਟੀਸਫੈਕਸ਼ਨ, ਉਹਨਾਂ ਚੀਜ਼ਾਂ ਨੂੰ ਆਪਣੀ ਜਿਹੜੀ ਲਾਈਫ ਦੀ ਤੁਹਾਡੀ ਚਾਹਤ ਹੈ, ਤੁਸੀਂ ਕੀ ਕਰਨਾ ਚਾਹੁੰਦੇ ਹੋ, ਉਹਨੂੰ ਪੂਰਾ ਕਰਨ ਲਈ ਬਹੁਤ ਕੁਝ ਸੈਕਰੀਫਾਈਸ ਕਰਨਾ ਪੈਂਦਾ ਹੈ। ਆਈ ਟੈਲ ਯੂ ਵਨ ਥਿੰਗ, ਜਿੱਦਾਂ ਆਈ ਟੋਲਡ ਯੂ, ਮੈਨੂੰ 4.5 ਸਾਲ ਲੱਗ ਗਏ ਆਪਣਾ ਕੰਮ ਸ਼ੁਰੂ ਕਰਨ ਵਿੱਚ ਫੋਟੋਗ੍ਰਾਫੀ 'ਚ। ਇੰਨਾ ਟਾਈਮ ਮੈਨੂੰ ਸਿਰਫ ਸਿੱਖਣ ਵਿੱਚ ਉਹ ਟ੍ਰੇਨ ਹੋਣੇ 'ਚ ਲੱਗਿਆ, ਔਰ ਸਾਡਾ ਟਾਈਮ ਸੀ ਉਹ ਡਿਜੀਟਲ ਕੈਮਰੇ ਦਾ ਨਹੀਂ ਸੀ, ਡਿਜੀਟਲ ਲਾਈਫ ਨਹੀਂ ਸੀ। ਤੁਹਾਨੂੰ ਰੋਲ ਦੇ ਵਿੱਚ ਸ਼ੂਟ ਕਰਨਾ ਹੈ, ਬੜਾ ਪ੍ਰੀਸਾਈਜ਼ ਹੋਣਾ ਪੈਂਦਾ ਹੈ, ਤੁਹਾਡਾ ਐਕਸਪੋਜ਼ਰ, ਤੁਹਾਡੀ ਲਾਈਟਿੰਗ, ਜੋ ਤੁਸੀਂ ਸ਼ੂਟ ਕਰ ਦਿੱਤਾ ਹੋ ਗਿਆ। ਬਾਅਦ ਵਿੱਚ ਕੋਈ ਸਕੋਪ ਨਹੀਂ ਹੈ ਕਿ ਤੁਸੀਂ ਜਾ ਕੇ ਕੰਪਿਊਟਰ ਤੇ ਕੁਝ ਚੇਂਜ ਕਰ ਰਹੇ ਹੋ। ਨੋ, ਯੂ ਹੈਵ ਟੂ ਵੈਰੀ ਪ੍ਰੀਸਾਈਜ਼। ਉਸ ਕੰਮ ਨੂੰ ਕਰਨ ਲਈ ਤੁਹਾਨੂੰ ਬਹੁਤ ਮਹਾਰਤ ਹਾਸਲ ਕਰਨੀ ਪੈਂਦੀ ਹੈ। ਔਰ ਅਸੀਂ ਫਿਲਮ ਦੇ ਰੋਲ ਖੁਦ ਡਿਵੈਲਪ ਕਰ ਲੈਂਦੇ ਸੀ, ਸ਼ੌਕ ਲਈ ਪ੍ਰਿੰਟ ਵੀ ਖੁਦ ਹੀ ਬਣਾ ਲੈਂਦੇ ਸੀ ਬਲੈਕ ਐਂਡ ਵਾਈਟ ਲੈਬ ਵਿੱਚ ਜਾ ਕੇ। ਇਹ ਸਭ ਕਰਨ ਵਿੱਚ ਬਹੁਤ ਟਾਈਮ ਲੱਗਦਾ ਹੈ। ਔਰ 5 ਸਾਲ ਦੇ ਵਿੱਚ ਜਿਹੜੀ ਮੇਰੀ ਸੇਵਿੰਗ ਥੋੜੀ ਬਹੁਤ ਸੀਗੀ, ਉਹ ਡੈਫੀਨੇਟਲੀ ਜਦ ਮੈਂ ਕਮਾ ਹੀ ਨਹੀਂ ਰਿਹਾ ਸੀ, ਆਈ ਵਾਜ਼ ਜਸਟ ਲਰਨਿੰਗ, ਆਈ ਵਾਜ਼ ਔਨ ਦਾ ਦੈਟ ਮੋਡ। ਫੈਮਿਲੀ ਐਕਸਪੈਂਸਿਸ ਵਰ ਦੇਅਰ, ਬੱਚੇ ਸਕੂਲ ਜਾਂਦੇ ਨੇ, ਘਰ ਚੱਲ ਰਿਹਾ ਤੇ ਖਰਚੇ ਤੇ ਹੋਣੇ ਹੀ ਨੇ। ਸੋ ਮੈਂ ਇਹ ਕਦੀ ਨਹੀਂ ਸੋਚਿਆ ਕਿ ਮੈਂ ਬਿਜ਼ਨਸ ਕਰਦਾ ਤੇ ਸ਼ਾਇਦ ਬਹੁਤ ਪੈਸੇ ਕਮਾਉਂਦਾ, ਔਰ ਮੈਂ ਕਮਾ ਵੀ ਰਿਹਾ ਸੀਗਾ, ਲੇਕਿਨ ਮੈਨੂੰ ਉਸ ਚੀਜ਼ ਦਾ ਕਦੇ ਕੋਈ ਰਿਗਰੈਟ ਨਹੀਂ ਹੈ। ਆਈ ਐਮ ਵੈਰੀ ਹੈਪੀ ਆਈ ਐਮ ਇਨ ਦਿਸ ਇੰਡਸਟਰੀ। ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਕਿ ਤੁਸੀਂ ਫੈਸ਼ਨ ਫੋਟੋਗ੍ਰਾਫੀ ਕੀਤੀ ਤੇ ਹੁਣ ਤੁਸੀਂ ਐਕਟਿੰਗ ਕਰ ਰਹੇ ਹੋ, ਹਾਂਜੀ, ਕੈਮਰੇ ਦੇ ਪਿੱਛੇ ਰਹਿ ਕੇ ਜ਼ਿਆਦਾ ਵਧੀਆ ਲੱਗਦਾ ਤੁਹਾਨੂੰ ਜਾਂ ਅੱਗੇ ਰਹਿ ਕੇ ਕੰਮ ਕਰਨਾ ਜ਼ਿਆਦਾ ਵਧੀਆ ਲੱਗਦਾ? ਬਹੁਤ ਹੀ ਅੱਛਾ ਕੁਐਸਚਨ ਹੈ ਤੁਹਾਡਾ ਅਮਨ ਜੀ। ਕੈਮਰੇ ਦੇ ਪਿੱਛੇ ਰਹਿ ਕੇ ਵੀ ਬਹੁਤ ਅੱਛਾ ਲੱਗਿਆ, ਔਰ ਲਾਈਫ ਵਿੱਚ ਬਹੁਤ ਕੁਝ ਕੈਮਰੇ ਦੇ ਪਿੱਛੇ ਰਹਿ ਕੇ ਸਿੱਖਣ ਦਾ ਵੀ ਮੌਕਾ ਮਿਲਿਆ, ਕਿਉਂਕਿ ਸਾਡੇ ਸਾਹਮਣੇ ਕੈਮਰੇ ਦੇ ਜੋ ਕਲਾਕਾਰ ਆਉਂਦਾ ਹੈ, ਚਾਹੇ ਮਾਡਲ ਹੈ, ਐਕਟਰ ਹੈ, ਜਦ ਅਸੀਂ ਉਹਨਾਂ ਨਾਲ ਕੰਮ ਕਰਦੇ ਹਾਂ, ਕੁਝ ਚੀਜ਼ਾਂ ਅਸੀਂ ਉਹਨਾਂ ਨੂੰ ਦੱਸਦੇ ਹਾਂ, ਡਾਇਰੈਕਟ ਕਰਦੇ ਹਾਂ ਕੀ ਚਾਹੀਦਾ, ਲੇਕਿਨ ਬਹੁਤ ਕੁਝ ਉਹ ਵੀ ਸਾਨੂੰ ਸਿਖਾ ਕੇ ਜਾਂਦੇ ਨੇ। ਸੋ ਇਹ ਇੱਕ ਬਹੁਤ ਅੱਛੀ ਗੱਲ ਹੈ ਸਾਡੇ ਪ੍ਰੋਫੈਸ਼ਨ ਦੇ ਵਿੱਚ, ਅਸੀਂ ਸਾਹਮਣੇ ਵਾਲੇ ਕੋਲ ਵੀ ਬਹੁਤ ਕੁਝ ਸਿੱਖਦੇ ਹਾਂ ਜਿਹਨੂੰ ਅਸੀਂ ਡਾਇਰੈਕਟ ਕਰ ਰਹੇ ਹਾਂ। ਬਾਕੀ ਰਹੀ ਕੈਮਰੇ ਦੇ ਸਾਹਮਣੇ ਆਉਣ ਦੀ ਗੱਲ, ਯੈਸ, ਨੋ ਡਾਊਟ ਆਈ ਐਮ ਵੈਰੀ ਹੈਪੀ ਇਨ ਫਰੰਟ ਆਫ ਕੈਮਰਾ ਆਲਸੋ। ਮੈਂ ਉਸ ਚੀਜ਼ ਨੂੰ ਵੀ ਬਹੁਤ ਇੰਜੋਏ ਕਰ ਰਿਹਾ। ਆਈ ਐਮ ਰੀਅਲੀ ਵੈਰੀ ਹੈਪੀ। ਉਹਦੇ 'ਚ ਵੀ ਨਵੇਂ ਆਰਟਿਸਟ ਨਾਲ ਕੰਮ ਕਰਦੇ ਪਏ ਹਾਂ, ਸਿੱਖਣ ਦਾ ਮੌਕਾ ਮਿਲ ਰਿਹਾ, ਐਂਡ ਇਟ ਇਜ਼ ਗੋਇੰਗ ਵੈਲ ਡੇ ਬਾਈ ਡੇ ਐਂਡ ਹੈਪਨਿੰਗ। So I'm very happy working with lot of peoples, lot of stars, lot of models, actors. ਉਹਦੇ 'ਚ ਖੂਬ ਇੰਜੋਏ ਕਰ ਰਹੇ ਹਾਂ। ਸਰ, ਜਦੋਂ ਤੁਸੀਂ ਆਪਦੇ ਕੈਰੀਅਰ ਦੀ ਸ਼ੁਰੂਆਤ ਕੀਤੀ 2000 'ਤੇ ਲਗਾਨ ਆਈ, ਉਦੋਂ ਸੋਸ਼ਲ ਮੀਡੀਆ ਇੰਨਾ ਨਹੀਂ ਹੁੰਦਾ ਸੀ,
ਹਾਂਜੀ ਤੇ ਅੱਜ ਸੋਸ਼ਲ ਮੀਡੀਆ ਬਹੁਤ ਜ਼ਿਆਦਾ, ਕਿ ਤੁਹਾਨੂੰ ਲੱਗਦਾ ਸੋਸ਼ਲ ਮੀਡੀਆ ਨੇ ਕਲਾਕਾਰਾਂ ਦੀ ਜ਼ਿੰਦਗੀ ਨੂੰ ਬਦਲਤਾ? ਬਿਲਕੁਲ, ਬਹੁਤ ਵੱਡਾ ਚੇਂਜ ਆ ਗਿਆ ਅਮਨ ਜੀ। अर्लियर द थिंग वाज व्हेन वी वर शूटिंग पोर्टफोलियोज। एक एग्जांपल देना, सोशल मीडिया ਨਾਲ ਬਹੁਤ ਸਾਰੀ ਚੀਜ਼ਾਂ ਜੁੜੀਆਂ, ਲੇਕਿਨ ਮੈਂ ਇੱਕ ਛੋਟੀ ਚੀਜ਼ ਤੁਹਾਨੂੰ ਦੱਸਾਂ ਡਿਜੀਟਲ ਵਰਲਡ ਨੇ ਕੀ ਕੀਤਾ। ਔਰ ਇਹਦੇ ਚ ਇੱਕ ਚੀਜ਼ ਲੇਕਿਨ ਸਭ ਤੋਂ ਪਹਿਲੇ ਦੱਸਾਂਗੀ ਕਿ ਜਿਹੜੀ ਸਾਨੂੰ ਡਿਜੀਟਲ ਨਾਲ ਮਜ਼ਾ ਕਿਉਂ ਨਹੀਂ ਆਉਂਦਾ, ਕਿਉਂਕਿ ਜੋ ਫੋਟੋਗ੍ਰਾਫੀ ਹੈ ਨਾ ਐਕਚੁਅਲ ਵਿੱਚ, ਉਹ ਜੋ ਫਿਲਮ ਰੋਲ ਔਰ ਉਹਦੇ ਜੋ ਕੰਮ ਕਰਨ ਦਾ ਮਜ਼ਾ ਸੀ ਨਾ, ਉਹ ਡਿਜੀਟਲ ਵਿੱਚ ਨਹੀਂ ਹੈ। ਉਹ ਐਕਸਾਈਟਮੈਂਟ ਹੁੰਦੀ ਨਾ ਕਿ ਕੱਲ ਰੋਲ ਡਿਵੈਲਪ ਹੋਏਗਾ, ਰਿਜ਼ਲਟ ਕੀ ਆਏਗਾ, ਤੁਸੀਂ ਕੀ ਕਲਿੱਕ ਕੀਤਾ, ਉਹ ਜਿਹੜੀ ਕਿਕ ਸੀ ਨਾ, ਉਹ ਡਿਜੀਟਲ ਨੇ ਖਤਮ ਕਰ ਦਿੱਤੀ। ਹੁਣ ਤੁਸੀਂ ਕਲਿੱਕ ਬਾਅਦ ਹੀ ਕਰਦੇ ਹੋ। ਤੁਸੀਂ ਨੋਟਿਸ ਕੀਤਾ ਹੋਣਾ, ਲੋਕੀ ਕਲਿੱਕ ਕਰਦੇ ਫੋਟੋਗ੍ਰਾਫਰ ਪਹਿਲੇ ਦੇਖ ਲੈਂਦਾ ਕਿ ਇਦਾਂ ਦੀ ਆਈ ਹੈ, ਪਹਿਲੇ ਉਹ ਨਹੀਂ ਸੀਗਾ। ਸੋ ਯੂ ਹੈਵ ਟੂ ਵੇਟ ਫॉर ਨੈਕਸਟ 24 ਆਵਰ ਕਿ ਜੋ ਤੁਸੀਂ ਅੱਜ ਕੰਮ ਕੀਤਾ ਹੈ ਉਹ ਕੱਲ ਕਿਵੇਂ ਦਿਖੇਗਾ। ਔਰ ਤੁਸੀਂ ਕਿਉਂਕਿ ਪ੍ਰੋਫੈਸ਼ਨਲ ਫੋਟੋਗ੍ਰਾਫਰ ਹੋ, ਤੁਸੀਂ ਉਸ ਚੀਜ਼ ਦਾ ਚਾਰਜ ਕਰ ਰਹੇ ਹੋ, ਇੱਕ ਵੱਡੀ ਮਨੀ ਚਾਰਜ ਕਰ ਰਹੇ ਹੋ, ਕਲਾਇੰਟ ਦਾ ਬਹੁਤ ਪੈਸਾ ਲੱਗਿਆ, ਤੁਹਾਡੇ ਕੋਲ ਕੋਈ ਚਾਂਸ ਨਹੀਂ ਹੁੰਦਾ ਕਿ ਤੁਸੀਂ 1% ਵੀ ਕੋਈ ਮਿਸਟੇਕ ਕਰੋ ਫੋਟੋਗ੍ਰਾਫੀ 'ਚ। ਤਾਂ ਉਹ ਜਿਹੜੀ ਕਿਕ ਹੈ ਨਾ, ਉਹ ਮੈਂ ਮਿਸ ਕਰਦਾ ਡਿਜੀਟਲ ਵਰਲਡ ਵਿੱਚ। ਬਾਕੀ ਰਹੀ ਐਕਟਰਸ ਜਾਂ ਮਾਡਲਸ ਲਈ ਤੁਸੀਂ ਪੁੱਛਿਆ, ਉਹਦੇ ਲਈ ਤੁਹਾਨੂੰ ਛੋਟਾ ਐਗਜ਼ਾਮਪਲ ਦੇਣਾ ਕਿ ਪਹਿਲੇ ਜਦ ਆਪਾਂ ਪੋਰਟਫੋਲੀਓ ਸ਼ੂਟ ਕਰਦੇ ਸੀ, ਲੋਟ ਆਫ ਐਸਪਾਇਰਿੰਗ ਮਾਡਲ ਕਮ ਟੂ ਅਸ, ਤਾਂ ਬਹੁਤ ਸਾਰੀ ਮਾਡਲਸ ਆਉਂਦੀਆਂ ਸੀ, ਉਹਨੂੰ ਆਪਣਾ ਪੋਰਟਫੋਲੀਓ ਸ਼ੂਟ ਕਰਾਉਣਾ ਹੈ। ਦੈਨ ਦੇ ਗੋ ਟੂ ਦਾ ਲੈਬ, ਦੈਨ ਦੇ ਮੇਕ ਦਾ ਪ੍ਰਿੰਟ। ਇੱਕ ਲਿਸਟ ਬਣਾਉਂਦੇ ਸੀ ਸਾਡੇ ਨਾਲ ਬੈਠ ਕੇ ਕਿ ਦਿੱਲੀ 'ਚ ਕਿਹੜੀ ਜਾਂ ਬੰਬੇ ਕਿਹੜੀ ਏਜੰਸੀਜ਼ ਨੇ ਜਿਨ੍ਹਾਂ ਨੂੰ ਅਸੀਂ ਆਪਣਾ ਪੋਰਟਫੋਲੀਓ ਸੈਂਡ ਕਰਾਂਗੇ ਜਾਂ ਦੇ ਕੇ ਆਵਾਂਗੇ। ਸੋ ਮਾਡਲਸ ਨੂੰ ਪਹਿਲੇ ਲੈਬ ਜਾਣਾ, ਉਸ ਫੋਟੋਗ੍ਰਾਫੀ ਜਿਹੜੀ ਹੋਈ ਹੈ ਪੋਰਟਫੋਲੀਓ ਉਹਦੇ 'ਚੋਂ ਸਿਲੈਕਟ ਕਰਕੇ ਫਿਰ ਪ੍ਰਿੰਟਸ ਬਣਾਉਣੇ। ਪ੍ਰਿੰਟਸ ਦੇ ਉੱਪਰ ਵੀ ਕਾਫੀ ਖਰਚਾ ਆਉਂਦਾ ਸੀ ਮਾਡਲਸ ਦਾ। Then they have to go personally to door for the agencies, to the agency, one agency to other, casting or modeling agencies. They give their portfolio. ਫਿਰ ਉਸ ਤੋਂ ਬਾਅਦ ਪਤਾ ਚੱਲਦਾ ਸੀ ਫਿਊਚਰ ਵਿੱਚ ਕੀ ਹੋਏਗਾ। ਅੱਜ ਤੇ ਇੰਨਾ ਜ਼ਮਾਨਾ ਸੌਖਾ ਮਾਡਲਸ ਲਈ, ਐਕਟਰਸ ਲਈ, ਸਭ ਲਈ ਬਹੁਤ ਈਜ਼ੀ ਹੈ। ਪੋਰਟਫੋਲੀਓ ਸ਼ੂਟ ਕੀਤਾ ਤੁਸੀਂ ਇੰਸਟਾਗ੍ਰਾਮ, ਫੇਸਬੁੱਕ, ਕਿਧਰੇ ਵੀ ਪਾਓ, WhatsApp ਦੇ ਥਰੂ ਕਾਸਟਿੰਗ ਏਜੰਸੀਜ਼ ਨੂੰ ਭੇਜ ਦਿਓ। ਐਵਰੀਥਿੰਗ ਹੈਪਨ ਇਨ ਮਿੰਟਸ। ਪਹਿਲੇ ਉਸ ਚੀਜ਼ ਲਈ ਮਾਡਲਸ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਸੀ, ਲੇਕਿਨ ਉਸ ਤੋਂ ਬਾਅਦ ਮਾਡਲਸ ਆਪਣੀ ਇੱਕ ਜਿਹੜੀ ਲੁੱਕ ਬੁੱਕ ਰੱਖਦੇ ਸਨ ਇੰਨੀ ਵੱਡੀ, ਜਿਹਨੂੰ ਲੈ ਕੇ ਉਹ ਫੋਟੋਗ੍ਰਾਫਰਸ ਕੋਲ, ਏਜੰਸੀਜ਼ ਕੋਲ ਆਪਣਾ ਕੰਮ, ਆਪਣਾ ਪੋਰਟਫੋਲੀਓ ਦਿਖਾਉਣ ਜਾਂਦੇ ਸੀ। ਉਹ ਟਾਈਮ ਦਾ ਵੀ ਚਲੋ ਇੱਕ ਅਲੱਗ ਹੀ ਚਾਰਮ ਸੀਗਾ। ਹੁਣ ਈਜ਼ੀ ਹੋ ਗਿਆ ਲਾਈਫ ਬਹੁਤ ਜ਼ਿਆਦਾ ਡਿਜੀਟਲ ਨਾਲ, ਨੋ ਡਾਊਟ। ਅੱਛਾ ਸਰ, ਹਰ ਬੰਦੇ ਦੇ ਸ਼ੌਂਕ ਹੁੰਦੇ ਆ, ਬਚਪਨ ਤੋਂ ਲੈ ਕੇ ਜਵਾਨੀ, ਹੈ ਨਾ। ਸ਼ੌਂਕ ਕਿੰਨੇ ਕੁ ਜ਼ਰੂਰੀ ਹੈ ਬੰਦੇ ਵਾਸਤੇ? ਮੈਂ ਸਮਝਣਾ ਜਿਸ ਇਨਸਾਨ ਕੋਲ ਸ਼ੌਂਕ ਹੀ ਨਹੀਂ ਹੈ ਉਹਦੀ ਜ਼ਿੰਦਗੀ ਡਲ ਹੈ। ਤੁਸੀਂ ਆਪਦੇ ਸ਼ੌਂਕ ਪੂਰੇ ਕਰ ਲਏ? ਬਿਲਕੁਲ ਕਰ ਰਿਹਾ, ਮੈਂ ਸ਼ੁਰੂ ਤੋਂ ਹੀ ਕਰ ਰਿਹਾ। ਮੈਨੂੰ ਯਾਦ ਹੈ ਜਦ ਮੈਨੂੰ ਬੜਾ ਸ਼ੌਂਕ ਸੀ ਕਿ ਮੈਂ ਪਾਇਲਟ ਬਣਾ, ਚਲੋ ਨਹੀਂ ਬਣ ਪਾਇਆ, ਲੇਕਿਨ ਮੈਂ ਉਸ ਐਗਜ਼ਾਮ ਨੂੰ ਕਲੀਅਰ ਕੀਤਾ। ਮੈਂ ਸਟੂਡੈਂਟ ਪਾਇਲਟ ਲਾਇਸੈਂਸ ਬਣਵਾਇਆ, ਲਾਇਸੈਂਸ ਬਣਿਆ, ਫਲਾਈ ਵੀ ਕੀਤਾ ਦਿੱਲੀ 'ਚ, ਲੇਕਿਨ ਨਹੀਂ ਪਾਇਲਟ ਬਣ ਪਾਏ, ਕੋਈ ਗੱਲ ਨਹੀਂ, ਲੇਕਿਨ ਸ਼ੌਂਕ ਪੂਰਾ ਕੀਤਾ। ਆਟੋਮੋਬਾਈਲ ਦਾ ਸ਼ੌਂਕ ਸੀਗਾ, ਉਹ ਸ਼ੌਂਕ ਪੂਰਾ ਕੀਤਾ ਬਿਜ਼ਨਸ ਦੇ ਨਾਲ, ਪੈਸਾ ਵੀ ਕਮਾਇਆ, ਸ਼ੌਂਕ ਵੀ ਪੂਰਾ ਕੀਤਾ। ਉਸ ਤੋਂ ਬਾਅਦ ਫੋਟੋਗ੍ਰਾਫੀ ਦਾ ਸੁਪਨਾ ਪੈਦਾ ਹੋ ਗਿਆ ਅਚਾਨਕ ਹੈ, ਤੇ ਮੈਂ ਤੁਹਾਨੂੰ ਦੱਸਿਆ ਆਲਰੇਡੀ, ਇਟ ਵਾਜ਼ ਅ ਓਵਰਨਾਈਟ ਡ੍ਰੀਮ। ਕਹਿੰਦੇ ਨਾ ਇੱਕ ਸੁਪਨਾ ਆਇਆ ਜਿਹਨੂੰ ਪੂਰਾ ਕਰਨਾ ਹੈ, ਟੱਚਵੁੱਡ ਉਹਨੂੰ ਵੀ ਪੂਰਾ ਕੀਤਾ। ਲੇਕਿਨ ਇਹਨਾਂ ਸਭ ਦੇ ਲਈ ਬਹੁਤ ਪੈਸਾ ਚਾਹੀਦਾ ਹੈ। ਮੈਂ ਇੱਕ ਚੀਜ਼ ਸਭ ਨੂੰ ਕਹਿਣਾ ਚਾਹਾਂਗਾ, ਪੈਸ਼ਨ ਠੀਕ ਹੈ ਪੂਰਾ ਕਰੋ, ਲੇਕਿਨ ਉਹਨਾਂ ਪੂਰਾ, ਉਹਨੇ ਸੁਪਨੇ ਦੇਖੋ, ਉਹਨੇ ਪੈਸ਼ਨ ਰੱਖੋ ਜਿੰਨੇ ਕਿ ਤੁਸੀਂ ਪੂਰੇ ਕਰ ਸਕੋ। ਉਹਦੇ ਲਈ ਤੁਹਾਡੀ ਫੈਮਿਲੀ ਹਰਟ ਨਾ ਹੋਏ, ਤੁਹਾਨੂੰ ਕੋਈ ਫਾਈਨੈਂਸ਼ੀਅਲ ਲਾਸਿਸ ਨਾ ਹੋ। ਅੱਛਾ ਸਰ, ਤੁਸੀਂ ਬਹੁਤ ਵੱਡਾ ਫੈਸਲਾ ਲਿੱਤਾ ਸੀ ਜਦੋਂ ਤੁਸੀਂ 15 ਸਾਲ ਬਿਜ਼ਨਸ ਤੋਂ ਬਾਅਦ ਇੱਕਦਮ ਫੋਟੋਗ੍ਰਾਫੀ ਵੱਲ ਆ ਗਏ, ਹੈ ਨਾ। ਉਦੋਂ ਤਾਂ ਚਲੋ ਮੰਨਦੇ ਹਾਂ ਵੀ ਘਰਦਿਆਂ ਨੇ ਸਪੋਰਟ ਨਾ ਕੀਤੀ ਹੋਵੇ, ਕਿਉਂਕਿ ਬਹੁਤ ਵੱਡਾ ਫੈਸਲਾ ਸੀ। ਹੁਣ ਐਸ ਪੜਾਅ ਤੇ ਆ ਕੇ ਘਰ ਦੇ ਸਪੋਰਟ ਕਰਦੇ ਨੇ, ਤੇ ਕਿੰਨੇ ਕਰਦੇ ਨੇ, ਤੇ ਕੌਣ ਕਰਦਾ? ਅਗਰ ਮੈਂ ਫੋਟੋਗ੍ਰਾਫੀ ਵਾਲੇ ਟਰਨਿੰਗ ਪੁਆਇੰਟ ਦੀ ਗੱਲ ਕਰਾਂ ਤੇ ਮੇਰੇ ਪੂਰੀ ਫੈਮਿਲੀ ਨੇ, ਮੇਰੇ ਪੇਰੈਂਟਸ ਨੇ, ਮੇਰੀ ਵਾਈਫ ਨੇ, ਬੱਚੇ ਛੋਟੇ ਸੀ, ਲੇਕਿਨ ਸਫ਼ਰ ਸਭ ਨੂੰ ਕਰਨਾ ਪੈਂਦਾ। ਅਗਰ ਘਰ ਦਾ ਕੋਈ ਬੰਦਾ ਨਹੀਂ ਕਮਾ ਰਿਹਾ, ਸਭ ਸਫ਼ਰ ਕਰਦੇ ਨੇ, ਲੇਕਿਨ ਸਭ ਨੇ ਬਹੁਤ ਸਪੋਰਟ ਕੀਤਾ, ਤਾਂ ਹੀ ਮੈਂ ਕਾਮਯਾਬ ਹੋ ਪਾਇਆ। ਉਹਨਾਂ ਦੀ ਸਪੋਰਟ ਦੇ ਬਿਨਾਂ ਮੈਂ ਕਾਮਯਾਬ ਨਹੀਂ ਹੋ ਸਕਦਾ ਸੀਗਾ। ਹੁਣ ਤੁਸੀਂ ਮੈਨੂੰ ਨੈਕਸਟ ਪੁੱਛਿਆ ਐਕਟਿੰਗ ਲਈ। ਐਕਟਿੰਗ ਹੁਣ ਬੱਚੇ ਵੱਡੇ ਹੋ ਗਏ ਨੇ,
ਅਸੀਂ ਵੀ ਥੋੜੇ ਇੰਡੀਪੈਂਡੈਂਟ ਜਿਹਾ ਫੀਲ, ਥੋੜਾ ਫ੍ਰੀ ਫੀਲ ਕਰਦੇ ਹਾਂ, ਹੈ ਨਾ। ਤੇ ਘਰ ਦੀ ਪੂਰੀ ਸਪੋਰਟ ਹੈ, ਕੋਈ ਦਿੱਕਤ ਨਹੀਂ ਹੈਗੀ ਹੈ, ਤੇ ਉਹਨਾਂ ਦੀ ਸਪੋਰਟ ਦੀ ਵਜ੍ਹਾ ਨਾਲ ਹੀ ਮੈਂ ਕਰ ਪਾ ਰਿਹਾ, ਇਹ ਗੱਲ ਤੇ ਪੱਕੀ। ਅੱਛਾ ਨਾ, ਸਾਡੇ ਸਭ ਦੀ ਜ਼ਿੰਦਗੀ 'ਚ ਕੋਈ ਨਾ ਕੋਈ ਇਨਸਾਨ ਬਹੁਤ ਖਾਸ ਹੁੰਦਾ ਜਿਹੜਾ ਆਪਾਂ ਨੂੰ ਲੱਗਦਾ ਕਿ ਆਪਾਂ ਨੂੰ ਇੱਕ ਕਾਲ ਕਰੀਏ ਤੇ ਉਹਨੇ ਆ ਜਾਣਾ। ਤੁਹਾਡੀ ਜ਼ਿੰਦਗੀ 'ਚ ਕੋਈ ਖਾਸ ਇਨਸਾਨ? ਦੇਖੋ, ਮੇਰੇ ਲਈ ਇਸ ਤਰ੍ਹਾਂ ਕਿਸੇ ਕੋਈ ਸਪੈਸੀਫਿਕ ਨਾਮ ਇੱਕ ਦੱਸਣਾ ਤੇ ਬਹੁਤ ਮੁਸ਼ਕਿਲ ਹੈ। ਓਕੇ। ਆਈ ਲਵ ਪੀਪਲ। ਮੇਰੇ ਸਰਾਊਂਡਿੰਗ ਵਿੱਚ ਜੋ ਲੋਕ ਰਹਿੰਦੇ ਮੈਂ ਉਹਨਾਂ ਨੂੰ ਬਹੁਤ ਚਾਹਨਾ, ਸਭ ਨਾਲ ਬੜਾ ਅੱਛਾ ਪਿਆਰ ਮੁਹੱਬਤ ਵਾਲਾ ਰਿਲੇਸ਼ਨ ਹੈ। ਤੇ ਠੀਕ ਹੈ, there are many people, I can't take one name very frankly, but my closest friend is my wife today because she supports me like friend. मेरे shoots और as a friend क्यों support करदी है मैं दसदा, जद असी फैशन ग्लैमर ਦੀ ਦੁਨੀਆ 'ਚ ਕੰਮ ਕਰ ਰਹੇ ਹੁੰਦੇ ਆ ਤੇ ਆਪਣਾ ਆਪਣਾ ਦੇਖਣ ਦਾ ਨਜ਼ਰੀਆ, ਰਾਈਟ। ਸੋ ਵਨਸ ਪੀਪਲ ਸੀ ਫਰਮ ਦਾ ਫਾਰ ਅਵੇ, ਦੂਰੋਂ ਲੋਕ ਦੇਖਦੇ ਉਹਨਾਂ ਨੂੰ ਲੱਗਦਾ ਯਾਰ ਇਹਨਾਂ ਦੇ ਆਸ-ਪਾਸ ਤੇ ਬਹੁਤ ਖੂਬਸੂਰਤੀ ਹੈ, ਬਹੁਤ ਗਲੈਮਰ ਹੈ ਔਰ ਦੇ ਆਰ ਲਾਈਕ ਲੱਕੀ ਪਰਸਨ ਹੁੰਦਾ, ਲੇਕਿਨ ਏਦਾਂ ਨਹੀਂ ਹੁੰਦਾ। ਤੁਹਾਨੂੰ ਅਸਲੀਅਤ ਨੂੰ ਸਮਝਣਾ ਪੈਂਦਾ। ਜਦ ਤੁਸੀਂ ਕਿਸੇ ਨਾਲ ਕੰਮ ਕਰ ਰਹੇ ਹੋ ਤੇ ਤੁਸੀਂ ਕੰਮ ਕਰ ਰਹੇ ਹੋ, ਯੂ ਆਰ ਅ ਪ੍ਰੋਫੈਸ਼ਨਲ, ਤੇ ਤੁਸੀਂ ਉੱਦਾਂ ਹੀ ਬਿਹੇਵ ਕਰਦੇ ਹੋ। ਤੇ ਵਾਈਫ ਦੀ ਸਪੋਰਟ ਜਿਹੜੀ ਹੈਗੀ ਹੈ ਉਹ ਇੰਨੀ ਵੱਡੀ ਹੈ ਕਿ ਸ਼ਾਇਦ ਮੈਂ ਇਸ ਚੀਜ਼ਾਂ ਦੇ ਵਿੱਚ ਤਾਂ ਹੀ ਚੱਲ ਪਾ ਰਿਹਾ ਕਿ ਮੇਰੀ ਵਾਈਫ ਮੈਨੂੰ ਸਪੋਰਟ ਕਰਦੀ ਹੈ। ਅਦਰਵਾਈਜ਼ ਯੂ ਅੰਡਰਸਟੈਂਡ, ਲੇਡੀਜ਼ ਦੀ ਸਿਕਸ ਸੈਂਸ ਬੜੀ ਸਟਰੋਂਗ ਹੁੰਦੀ ਹੈ, ਉਹ ਸਮਝ ਜਾਂਦੇ ਨੇ ਕਿ ਬੰਦਾ ਕਿਹੜੀ ਡਾਇਰੈਕਸ਼ਨ ਵਿੱਚ ਜਾ ਰਿਹਾ ਹੈ। ਬਟ ਸ਼ੀ ਨੈਵਰ ਸਟਾਪ ਮੀ ਟੂ ਡੂਇੰਗ ਐਨੀਥਿੰਗ ਬਿਕਾਜ਼ ਸ਼ੀ ਨੋਜ਼ ਵਟ ਐਵਰ ਆਈ ਵਿਲ ਡੂ ਇਟ ਵਿਲ ਬੀ ਇਨ ਦ ਰਾਈਟ ਡਾਇਰੈਕਸ਼ਨ। ਅੱਛਾ ਸਰ, ਹਰ ਬੰਦੇ ਦੀ ਨਾ ਖੁਆਇਸ਼ ਹੁੰਦੀ ਹੈ, ਹਰ ਬੰਦੇ ਦੀ ਵਿਸ਼ ਹੁੰਦੀ ਹੈ। ਕੋਈ ਤੁਹਾਡੀ ਜੀ ਵਿਸ਼ ਜਿਹੜੀ ਤੁਹਾਨੂੰ ਲੱਗਦੀ ਕਿ ਯਾਰ ਇਹ ਹਜੇ ਤੱਕ ਪੂਰੀ ਨਹੀਂ ਹੋਈ ਤੇ ਮੈਂ ਪੂਰੀ ਕਰਨੀ ਹੈ? वो विश अमन जी अगर मैं कहूँ क्या है, तो मेरा सपना है, मैं आपको एक चीज बताता हूँ। मैं स्कूल तक तो हम लोग बंधे रहते हैं क्लासेस के अंदर, तो हम कहीं मौज मस्ती नहीं कर सकते। स्कूल में तो स्कूल में, जब हमने कॉलेज में कदम रखा तो कुछ महीने तो खूब अच्छे पढ़ाई करी, उसके बाद कुछ समझ आया कि नहीं यार, पढ़ाई के अलावा भी कुछ है। और दिल्ली जैसी सिटी में, दिल्ली यूनिवर्सिटी में आप पढ़ रहे हो, तो फिर हमें पता चला यार मोनेस्ट्री जाना है, जैम सेशन होते हैं कॉलेजेस में, फेस्टिवल होते हैं, वहाँ जाना है। और एक नई चीज़ और सीखी कि यार इंग्लिश मूवीज नहीं कभी देखी थी थिएटर्स में, तो इंग्लिश मूवी देखने का ऐसा शौक चढ़ा कि हर हफ्ते हमने जो भी फिल्में, दिल्ली में 3-4 थिएटर मेन थे, वहाँ इंग्लिश मूवीज लगती थी, तो हम मॉर्निंग शो देखने कॉलेज से बंक करते थे और हफ्ते में 2-3 फिल्में देखनी इंग्लिश। तो वो जो इंग्लिश मूवीज का एक कह लो कि एक क्रेज कह लो, एक इम्पैक्ट, एक जो चीज मेरे दिमाग में है ना वो बसी हुई है। मेरी जो आज की डेट में एक विश है ना, जो मैं चाहता हूँ जरूर भगवान पूरी करे, वो है कि मुझे हॉलीवुड में मूवीज में काम करने का मौका मिले, चाहे वो किसी भी लैंग्वेज में, इंग्लिश में हो, चेकोस्लोवाकिया, मतलब दुनिया के किसी भी कोने की मूवी हो, चाहे हॉलीवुड हो चाहे कोई भी कंट्री, लेकिन आई वांट टू वर्क इन विद इंटरनेशनल स्टार्स ऑन इन दोज फिल्म्स इन दोज कंट्रीज। दैट इज माय बिग विश। देखते हैं, गॉड सो प्रेज करते हैं कि शायद वो भी पूरी हो जाए, कोशिश जारी रहेगी। नहीं उम्मीद करते कि तुसी जाओ, है ना। ਇੰਨੇ ਸਾਲਾਂ ਦੇ ਦੌਰਾਨ ਕੋਈ ਇਹੋ ਜਿਹਾ ਕੰਮ ਜਿਹੜਾ ਤੁਹਾਨੂੰ ਉਹਦਾ ਰਿਗਰੈਟ ਹੋਵੇ, ਪਛਤਾਵਾ ਹੁੰਦਾ ਹੋਵੇ ਕਿ ਯਾਰ ਆ सही नहीं है मेरे तो? नहीं, ऐसे काम हैं जिन पे रिग्रेट है, लेकिन एक चीज जो आपने बोली मैं उसको बताता हूँ कि मैंने ऐसा कौन सा, आपका क्वेश्चन कि मैंने ऐसा कौन सा काम किया जिसका मुझे रिग्रेट है। नहीं, ऐसा कोई रिग्रेट मुझे इसलिए नहीं है कि मेरे से ऐसा काम नहीं हुआ, लेकिन हाँ लोगों ने मेरे से ऐसे बहुत काम किया जिसका मुझे रिग्रेट है कि उस बंदे ने मेरे साथ ऐसा क्यों किया। ऐसे तो बहुत है जी, में हाँ बहुत है सर, उसको चलो हमने इस चैनल पे अभी क्या शेयर करना है। तो ऐसे बहुत लोग होते हैं जो आपको लाइफ में बहुत डिच करते हैं, और दुख तब होता है जब आप उन पे बहुत ज्यादा ट्रस्ट करते हो।
तो ट्रस्ट करना जितना ਜ਼ਰੂਰੀ ਹੈ ਉਤਨਾ ਹੀ ਖਤਰਨਾਕ ਹੈ। ਅੱਛਾ, ਤੁਸੀਂ ਇਹ ਗੱਲ ਮੰਨਦੇ ਹੋ ਕਿ ਤੁਸੀਂ ਹੁਣ ਇੰਨਾ ਐਕਸਪੀਰੀਅੰਸ ਹੋ ਗਿਆ ਤੁਹਾਨੂੰ, ਜਦੋਂ ਆਪਾਂ ਕਾਲਜ 'ਚ ਹੁੰਨੇ ਆ ਕਿ ਆਪਾਂ ਜਦੋਂ ਕਾਲਜ ਦੇ ਅੰਦਰ ਪੈਰ ਧਰਦੇ ਆ, ਆਪਾਂ ਜ਼ਿੰਦਗੀ ਨੂੰ ਆਪਣੀ ਉਂਗਲੀਆਂ ਤੇ ਨਚਾਉਂਦੇ ਆ, ਆਪਾਂ ਨੂੰ ਲੱਗਦਾ ਕਿ ਆਪੇ ਸਭ ਕੁਝ ਆ, ਤੇ ਲੇਕਿਨ ਜਦੋਂ ਆਪਾਂ ਕਾਲਜ ਦੇ ਬਾਹਰ ਡਿਗਰੀ ਕਰਨ ਤੋਂ ਬਾਅਦ ਪੈਰ ਧਰਦੇ ਆ ਤਾਂ ਜ਼ਿੰਦਗੀ ਆਪਾਂ ਨੂੰ ਆਪਣੀ ਉਂਗਲੀਆਂ ਤੇ ਨਚਾਉਂਦੀ ਹੈ। ਇਸ ਗੱਲ ਨੂੰ ਕਿੰਨਾ ਕੁ ਮੰਨਦੇ ਹੋ? इस मामले में ना अमन जी, सबका एक पर्सनल परसेप्शन और थॉट होगी। आपने बोला कॉलेज, जब कॉलेज में कदम रखा तो एक अलग ही दुनिया दिखी। हम आए थे गवर्नमेंट स्कूल से, पहले मैं प्राइवेट में था, लेकिन वहाँ बॉयज स्कूल से आए थे। यहाँ कोएड कॉलेज, ग्लैमर भी था, और वो भी दिल्ली यूनिवर्सिटी, रिच पीपल कॉलेज, खालसा कॉलेज, और सब कुछ देख के थोड़ा सा एडजस्ट होने में टाइम लगा। लेकिन हाँ, हमने अभी कभी अपने आप को ये नहीं समझा कि हम बहुत कुछ है, बट हमेशा ये सोचा कि हमें भी आगे बढ़ना है। ये थॉट थी मेरी। कॉलेज का टाइम बहुत ही बढ़िया बीता। मुझे आज ये रिग्रेट, आपने पूछा था अब याद आ गया। एक रिग्रेट रहता है कि काश मैंने हर क्लास में 2 साल फेल हुआ था तो 3 साल के बाद 6 साल कॉलेज बिताए होते, तो वो रिग्रेट रहेगा। तो कॉलेज की दुनिया जो थी वो एक अलग ही थी। घूमना, फेस्टिवल्स में जाना, मूवीज देखना, ये सब खूब हुआ। अब का क्वेश्चन कॉलेज के बाहर आके, अब कॉलेज के बाहर आए तब हम रिफाइन थोड़े से हो चुके थे, ज्यादा नहीं थे, लेकिन कुछ स्ट्रगल नहीं करने की जरूरत थी क्योंकि ऑलरेडी फैमिली बिजनेस था। इससे पहले कि मैं ही कुछ सोचता कि मैं क्या करूं क्या नहीं करूं, 2-3 चीजें सोची थी जो पूरी नहीं भी कर पाया। पता लग गया कि नहीं कर पाऊंगा या नहीं करना चाहता। तो उसके बाद इतना स्पेस ही नहीं था। मेरे फैमिली ने मुझे सीधा लाके फैमिली बिजनेस में पुल कर लिया कि आ जाओ बेटे, यहाँ बैठो और आप मजे से अपनी ट्रांसपोर्ट और ऑटोमोबाइल का बिजनेस संभालो। और आप बिलीव करोगे कि मैं उस चीज को, पता नहीं मेरे अंदर कुछ था ऐसा, मैं उस चीजों को भी गहराई से समझना चाह रहा था कि हमारे पेरेंट्स, मेरे फादर, मेरे ग्रैंडफादर, उनके पास ही हमारा फैमिली बिजनेस था, कि उन्होंने कितनी मेहनत की होगी ट्रांसपोर्टेशन में, इस चीज को गहराई से देखने के लिए। यू विल नॉट बिलीव, मैं अपने घर से, अपने मदर से थोड़ा सा नोक-झोंक करके भी अपने ट्रक्स के साथ दिल्ली से बॉम्बे गया। मेरे मदर ने ड्राइवर को बोला इसको गाड़ी चलाने को नहीं देना, कुछ भी हो जाए, और ये इसीलिए जा रहा है मुझे पता है। लेकिन मैंने वही किया, मैंने ड्राइवर को सेट किया। बस रास्ते में से मैं दिल्ली से बॉम्बे 2 बार ट्रक ड्राइव करके गया हूँ अपने ड्राइवर्स के साथ, फुल्ली लोडेड, उस चीज को, उस जिंदगी को समझने के लिए कि क्या है इस जिंदगी। तो ये भी मेरा सफर रहा। मुझे याद है दिल्ली टाइम्स में बहुत साल पहले मेरा इंटरव्यू किया था दिल्ली टाइम्स के लिए, तो एक उन्होंने आर्टिकल दिया था मेरे काम के बारे में। जब उनको पता चला कि मैं एक अलग इंडस्ट्री में था और अचानक से फैशन फोटोग्राफी में आ गया, इंडिया टुडे ने भी लिखा उसके बारे में, 4th इडियट टाइटल दिया मुझे, प्रिंट किया इंडिया टुडे मैगजीन में। तो जो टाइटल मुझे याद है दिल्ली टाइम्स का था, मेजरली वो था फ्रॉम ए ट्रक ड्राइवर टू ए फैशन फोटोग्राफर। तो दैट वाज वेरी अमेजिंग। वो भी एक इंटरव्यू मेरे को याद रहेगा लाइफ में। मुझे अमन जी बताऊं, मुझे उन्होंने टाइम्स ऑफ इंडिया के ऑफिस में 40 मिनट 30 मिनट का लिए बुलाया था इंटरव्यू के लिए। और जब बातें हुई, मेरी राजश्री कुकरेती थे शायद जो मेरा इंटरव्यू कर रहे थे, जर्नलिस्ट, ये इंटरव्यू 4 घंटे चला। तो शी वाज सो इंटरेस्टेड टू नो माय जर्नी कि इतना बेवकूफ इंसान कौन हो सकता है कि जो अच्छा भला काम चल रहा है, लग्जरी लाइफ जी रहा है और बादशाह की तरह रहता है, और अभी एज ए असिस्टेंट काम करके सीखा, लेकिन कामयाब भी हुआ। मैंने दिल्ली के अपने जिस सर्कल में रहा हूँ, बहुत सारे फैशन डिजाइनर्स के साथ काम किया, बहुत दुनिया देखी सर, बहुत दुनिया देखी। फैशन मॉडल्स, उनका लाइफस्टाइल, फैशन डिजाइनर्स, शोज, बहुत पार्टीज करना, आफ्टर पार्टीज करना शोज के बाद, सारे टॉप जो सपने थे सब पूरे भगवान ने करा दिए। अच्छा, ਤੁਸੀਂ ਕਿਹਾ ਕਿ ਤੁਸੀਂ ਗਵਰਨਮੈਂਟ ਸਕੂਲ ਤੋਂ ਪੜ੍ਹੇ। ਹਾਂਜੀ, ਗਵਰਨਮੈਂਟ ਸਕੂਲ ਤੋਂ ਸਿੱਧਾ ਦਿੱਲੀ ਕਾਲਜ ਤੁਸੀਂ ਗਏ। ਉਹ ਤਾਂ ਬਿਲਕੁਲ ਜ਼ਮੀਨ ਆਸਮਾਨ ਦਾ ਫਰਕ ਹੋ ਗਿਆ ਨਾ। ਗਵਰਨਮੈਂਟ ਸਕੂਲ 'ਚ ਹਨਾ, ਉੱਥੋਂ ਦਾ ਮਾਹੌਲ ਕਿਹੋ ਜਿਹਾ ਹੁੰਦਾ, ਫਿਰ ਦਿੱਲੀ ਦਾ ਆਡੀ ਮਾਹੌਲ, ਉੱਥੋਂ ਦਾ ਕੋਈ ਕਿੱਸਾ ਕਾਲਜ ਦਾ ਕੀ ਜਾਂਦੇ ਸਾਰੀ ਕੁਝ ਹੋਇਆ ਹੋਵੇ ਤੁਹਾਡੇ ਨਾਲ? एक
हर एक इंसान के अंदर ना कुछ चीजें होती हैं बैक ऑफ द माइंड में। मैं शुरू के 3 साल साउथ दिल्ली के DPS में पढ़ा था, फिर हमने घर शिफ्ट किया तो यहाँ कोई ऐसा स्कूल नहीं था, तो मुझे मजबूरन गवर्नमेंट स्कूल में आना पड़ा। तो मैंने अपनी मैक्सिमम पढ़ाई गवर्नमेंट स्कूल में करी, बॉयज स्कूल में रूपनगर में। बहुत मजा आया स्कूल में भी, बहुत कुछ सीखा। लेकिन जब कॉलेज लाइफ में आए तो डेफिनेटली थोड़ा सा कोएड कॉलेज, ग्लैमर और मोस्ट ब्यूटीफुल गर्ल्स ऑफ द सिटी, तो ये सब चीजें देख के बड़ा मजा आ रहा था और एंजॉय भी किया उसको। खूब दोस्ती रखी, खूब एंजॉय किया, और बहुत सारी चीजें ऐसी हैं उस कॉलेज की जो मैं आपको नहीं बता सकता इंटरव्यू में। ਹੁਣ ਤੁਸੀਂ ਜਿਹੜੇ ਨਵੇਂ ਮੁੰਡੇ ਕੁੜੀਆਂ ਫੈਸ਼ਨ ਫੋਟੋਗ੍ਰਾਫੀ ਵੱਲ ਆਉਣਾ ਚਾਹੁੰਦੇ ਹੋ, ਉਹਨਾਂ ਨੂੰ ਕੋਈ टिप्स देना चाहो? अमन जी, उसके लिए आपको सच्ची बताऊं, एक अलग इंटरव्यू मेरे को करना पड़ेगा, क्योंकि मैं खुद चाहता हूं कि जो एक्सपीरियंस लाइफ में मैंने किए हैं वो बहुत जगह टफ सिचुएशंस में फंसा हूं। तो मैं चाहूंगा कि मैं उन बच्चों को, जो आने वाली जनरेशन है, लड़के लड़कियां फोटोग्राफी करना चाहते हैं, उनको बहुत कुछ टिप्स देना चाहूंगा सीरियसली। तो उसके लिए हम एक एपिसोड फिर कभी रखेंगे, लेकिन इतना जरूर कहूंगा, छोटी सी बात कहूंगा उनके लिए, अगर फोटोग्राफी करनी है तो फोटोग्राफी आप पढ़ाई की तरह करिएगा। अगर आपको कोई भी, आप BA के बाद MBA या BBA या B.Ed क्यों करते हो? आप किसी स्टडी को क्यों करते हो, प्रोफेशनल स्टडी को? PhD तक तो चलो बाद में जाते हो, आप कोई भी प्रोफेशनल चीज क्यों करते हो? पढ़ाई क्यों करते हो? उस चीज में कामयाब होने के लिए। अगर आपको फोटोग्राफी में कामयाब होना है, उसकी हिस्ट्री भी थोड़ी सी देखो, दुनिया के बेस्ट फोटोग्राफर्स के बारे में, उनकी जर्नी के बारे में पढ़ो। सब कुछ गूगल पे अवेलेबल है, आप पढ़ सकते हो। हमारे टाइम पे हम लोग, मुझे याद है आज से 30 साल पहले 5-7,000 रुपए की वैल्यू आज 1 लाख के बराबर होगी। हम पैसे बचा बचा के, एक बुक होती है फोटोग्राफी की जिसको ब्लैक बुक कहा जाता है इंटरनेशनल, इतनी बड़ी बड़ी किताबें होती हैं। मैं कहीं कहीं से पैसे बचा के वो बुक्स खरीदता था। आज भी मेरे पास वो बुक्स हैं जो सीखने के लिए हमने इन्वेस्ट किया। तो मैं इन लोगों को, इन बच्चों को यही कहूँगा कि अपना टाइम इन्वेस्ट करें, गूगल पे जाएं, उनके पास इंटरनेट की सुविधा है, सब कुछ है, विकिपीडिया है, गूगल पे जाके सर्च करें, फोटोग्राफर्स की स्टोरी पढ़ें, फोटोग्राफी क्या है उसके बारे में समझें, और उसको अच्छे से तैयार होकर फिर इंडस्ट्री पे उतरें। मैं आज कई चीज़ें देख के बहुत खुश होता हूँ। अभी पंजाब में मैं पिछले 3 साल से रह रहा हूँ, पहले मैं पूरी लाइफ दिल्ली में रहा हूँ, बॉम्बे में बहुत काम किया है। तो यहाँ के बच्चे, लड़के मैं देखता हूँ, इवन जो असिस्टेंट भी है ना, कुछ टाइम के बाद बहुत अच्छी फोटोग्राफी करने लग पड़ते हैं। ये चीज़ बहुत अच्छी मैंने देखी यहाँ पे पंजाब में। लेकिन मैं उनको भी बोलूँगा कि नहीं, आप थोड़ा सा साथ ही साथ स्टडी भी करो फोटोग्राफी को, अगर आपको फोटोग्राफी में लाइफ में आगे आना है, ताकि आपको एज ए फोटोग्राफर इंडस्ट्री ज़्यादा रिस्पेक्ट देगी। ये मैं कहना चाहूँ। तो सर, थोड़े ਨਾਲ ਗੱਲਬਾਤ ਕਰਕੇ ਸਾਨੂੰ ਬਹੁਤ ਵਧੀਆ मेरे ਲੱਗਿਆ को भी बहुत ही अच्छा लगा। बहुत धन्यवाद। तो आपने कई क्वेश्चन पूछ के बहुत सारी अंदर की चीजें निकाली हैं। थैंक यू वेरी मच। ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਸਟੂਡੀਓ ਆਏ। ਤਾਂ ਦੋਸਤੋ, ਇਹ ਸੀਗੇ ਪਰਮਜੀਤ ਚਾਵਲਾ ਜੀ, ਸੈਲੈਬ੍ਰਿਟੀ ਫੋਟੋਗ੍ਰਾਫਰ, ਐਕਟਰ ਤੇ ਇੱਕ ਕਾਮਯਾਬ ਬਿਜ਼ਨਸਮੈਨ, ਜਿਨ੍ਹਾਂ ਨਾਲ ਗੱਲਬਾਤ ਕਰਕੇ ਸਾਨੂੰ ਬਹੁਤ ਵਧੀਆ ਲੱਗਿਆ ਤੇ ਉਮੀਦ ਕਰਦਾ ਤੁਹਾਨੂੰ ਵੀ ਬਹੁਤ ਵਧੀਆ ਲੱਗਿਆ ਹੋਊਗਾ। ਤੇ ਅਗਲੀ ਵਾਰ ਕਿਸੇ ਹੋਰ ਨਾਲ ਮਿਲਦੇ ਹਾਂ। ਹੁਣ ਮੈਨੂੰ ਦੇ ਇਜਾਜ਼ਤ। ਸਤਿ ਸ਼੍ਰੀ ਅਕਾਲ। सत श्री अकाल जी।